ਪਾਸੇ ਮਹਿੰਗਾਈ, ਦੂਜੇ ਪਾਸੇ ਜੌਬ ਨਹੀਂ ਕ੍ਰੀਏਟ ਹੋ ਰਹੀਆਂ, ਤੇ ਤੀਜੇ ਪਾਸੇ ਸਾਡੀ ਇਮੀਗ੍ਰੇਸ਼ਨ ਪਾਲਿਸੀ ਕਹਿੰਦੀ ਹੈ ਕਿ ਹੋਰ ਲੋਕਾਂ ਨੂੰ ਬੁਲਾ ਲਓ, ਹੋਰ ਲੋਕਾਂ ਨੂੰ ਬੁਲਾ ਲਓ ਇੱਥੇ। ਵੱਡੀਆਂ ਕੰਪਨੀਆਂ ਵੀ ਜਿਹੜੀਆਂ ਨੇ ਉਹ ਕੈਨੇਡਾ ਨੂੰ ਛੱਡ ਕੇ ਜਾ ਰਹੀਆਂ ਨੇ, ਜਿਸ ਕਾਰਨ ਜਿਹੜੇ ਲੋਕ ਆਲਰੇਡੀ ਜੌਬਸ ਵਿੱਚ ਹੈਗੇ ਨੇ ਉਹਨਾਂ ਨੂੰ ਜੌਬਸ ਤੋਂ ਹੱਥ ਧੋਣੇ ਪੈ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪਾਲਿਸੀਜ਼ ਦੇ ਵਿੱਚ ਕੁਝ ਚੇਂਜਸ ਨਹੀਂ ਲਿਆਏ ਜਾਂਦੇ ਤਾਂ ਕੈਨੇਡਾ ਦੇ ਵਿੱਚ ਅਨਇੰਪਲੋਇਮੈਂਟ ਰੇਟ ਜਿਹੜਾ ਹੈਗਾ ਇਹ ਤਾਂ ਇਸ ਸਮੇਂ ਸਥਿਰ ਹੈਗਾ, ਬਟ ਇਹ ਵਧਣ ਦੇ ਵੀ ਅਸਾਰ ਹੈਗੇ। ਕੈਨੇਡੀਅਨ ਗਵਰਨਮੈਂਟ ਬਹੁਤ ਖੁਸ਼ ਹੈ ਕਿ ਬੈਂਕ ਆਫ ਕੈਨੇਡਾ ਨੇ ਇਸ ਵਾਰ ਇਹ ਰੇਟ ਆਫ ਇੰਟਰਸਟ ਨਹੀਂ ਵਧਾਇਆ। ਇਸ ਨੂੰ ਕਿਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਆ ਆਮ ਲੋਕਾਂ ਨੂੰ? ਜਿੱਥੇ ਬੈਂਕ ਆਫ ਕੈਨੇਡਾ ਨੇ ਮਾਰਚ 8 ਨੂੰ ਇਸ ਵਾਰ ਘੋਸ਼ਣਾ ਕੀਤੀ ਹੈ ਕਿ ਇੰਟਰਸਟ ਰੇਟ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਏਗਾ, ਉਸ ਨਾਲ ਕੁਝ ਲੋਕਾਂ ਨੇ ਤਾਂ ਸਾਹ ਲਿਆ ਹੈਗਾ, ਡਰ ਹੈਗਾ ਸੀ ਕਿ ਜੇਕਰ ਹੋਰ ਇੰਟਰਸਟ ਰੇਟ ਵੱਧ ਜਾਂਦੇ ਨੇ, ਆਲਰੇਡੀ ਲੋਕੀ ਕ੍ਰਿਪਲਡ ਹੋਏ ਨੇ, ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਬੋਝ ਪੈ ਚੁੱਕਿਆ ਹੈ। ਤਕਰੀਬਨ 5 ਲੱਖ ਕੈਨੇਡੀਅਨਸ ਦੀ ਮੌਰਗੇਜਸ ਇਸ ਸਾਲ ਰੀਨਿਊ ਹੋਣੀਆਂ ਨੇ। ਹੁਣ ਜਦੋਂ 2023 ਦੇ ਵਿੱਚ 5 ਲੱਖ ਦੇ ਕਰੀਬ ਕੈਨੇਡੀਅਨਸ ਨੇ ਜਦੋਂ ਰੀਨਿਊ ਕਰਨੀ ਆਪਣੀ ਮੌਰਗੇਜਸ, ਉਹਨਾਂ ਨੂੰ ਕੁਆਲੀਫਾਈ ਕਰਨਾ ਪਏਗਾ ਜੋ ਹੁਣ ਦੇ ਰੇਟ ਹੈਗੇ। ਇਨਕਮਸ ਵਿੱਚ ਤੇ ਵਾਧਾ ਹੋਇਆ ਨਹੀਂ, ਪਰ ਖਰਚਿਆਂ 'ਚ ਜ਼ਰੂਰ ਵਾਧਾ ਹੋ ਗਿਆ। ਤੇ ਅਮਰੀਕਾ ਦੇ ਵਿੱਚ ਤਕਰੀਬਨ 3 ਲੱਖ ਨਵੀਆਂ ਜੌਬਸ ਕ੍ਰੀਏਟ ਹੋਈਆਂ, ਜਦਕਿ ਕੈਨੇਡਾ ਦੇ ਵਿੱਚ ਫਰਵਰੀ ਦੇ ਮਹੀਨੇ 'ਚ ਸਿਰਫ 22,000 ਜਿਹੜੀਆਂ ਜੌਬਸ ਹੈਗੀਆਂ ਨੇ ਉਹ ਨਵੀਆਂ ਆਈਆਂ। ਟੋਰਾਂਟੋ ਸਨ ਦੇ ਇੱਕ ਰਿਪੋਰਟਰ ਹੈਗੇ ਨੇ ਜਿਨ੍ਹਾਂ ਨੇ ਕਿ ਜਗਮੀਤ ਸਿੰਘ ਨੇ ਜੋ ਦਸਤਾਰ ਸਜਾਈ ਸੀ, ਉਸ ਉੱਤੇ ਉਹਨਾਂ ਨੇ ਇੱਕ ਵਿਅੰਗ ਕੱਸਿਆ ਕਿ ਕੀ ਇਹ ਨੋ ਨੇਮ ਬ੍ਰਾਂਡ ਦੀ ਤੁਸੀਂ ਦਸਤਾਰ ਸਜਾ ਕੇ ਹੋਏ, ਕਿਉਂਕਿ ਉਹ ਕੇਸਰੀ ਰੰਗ ਦੀ ਉਹਨਾਂ ਨੇ ਦਸਤਾਰ ਸਜਾਈ ਸੀ। ਤੇ ਮਿਸਟਰ ਸਮਿਥ ਹੈਗਾ ਸ਼ਾਇਦ ਉਹਨਾਂ ਦਾ ਨਾਂ, ਉਹਨਾਂ ਨੂੰ ਅਪੋਲੋਜੀ ਕਰਨੀ ਚਾਹੀਦੀ ਹੈ ਇਸ ਉੱਤੇ ਕਿ ਉਹਨਾਂ ਨੇ ਕਿਉਂ ਇਹ ਕਿਹਾ ਕਿ ਨੋ ਨੇਮ ਬ੍ਰਾਂਡ ਦੀ ਤੁਸੀਂ ਦਸਤਾਰ ਸਜਾ ਕੇ ਆਏ ਹੋ। ਆਮ ਕੈਨੇਡੀਅਨ ਜੋ ਹੈ ਉਸ ਨੂੰ ਕੁਝ ਅਜੇ ਰਾਹਤ ਨਹੀਂ ਮਿਲ ਰਹੀ, ਅਜੇ ਵੀ ਮਹਿੰਗਾਈ ਜੋ ਹੈ ਲੋਕਾਂ ਦੇ ਕਮਰ ਤੋੜ ਰਹੀ ਹੈਗੀ। ਲੋਕਾਂ ਨੇ ਜ਼ਿਆਦਾ ਕ੍ਰੈਡਿਟ ਕਾਰਡ ਦਾ ਪੈਸਾ ਯੂਜ਼ ਕੀਤਾ ਆ ਤੇ ਵਾਪਸੀ ਘੱਟ ਹੋ ਰਹੀ ਹੈ। ਜਾਂ ਤਾਂ ਤੁਹਾਡੇ ਕੋਲ ਕੈਸ਼ ਹੋਏਗਾ ਤੇ ਤੁਸੀਂ ਮਾਰਕੀਟ ਜਾ ਕੇ ਖਰਚੋਗੇ, ਤੇ ਜਾਂ ਜਿਹੜੀ ਸਹੂਲਤ ਸਾਨੂੰ ਮਿਲੀ ਕ੍ਰੈਡਿਟ ਕਾਰਡ ਦੀ ਕਿ 1 ਮਹੀਨੇ ਤੱਕ ਤੁਸੀਂ ਬਿਨਾਂ ਕੋਈ ਇੰਟਰਸਟ ਦਿੱਤੇ ਹੋਏ ਪੈਸੇ ਦੀ ਵਰਤੋਂ ਕਰ ਸਕਦੇ ਹੋ। ਪਰ ਖਰਚੇ ਤਾਂ ਘੱਟ ਨਹੀਂ ਰਹੇ ਤੇ ਲੋਕਾਂ ਨੇ ਖਰਚੇ ਤਾਂ ਕਰਨੇ ਹੀ ਹੈਗੇ ਨੇ। ਕੈਨੇਡਾ ਨਾਓ ਪ੍ਰੋਗਰਾਮ ਦੇ ਵਿੱਚ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ ਜੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਪੱਤਰਕਾਰੀ ਦੇ ਵਿੱਚ ਤੇ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਮਾਹਰ ਸਰਦਾਰ ਹਰਪ੍ਰੀਤ ਸਿੰਘ ਹੋਣਾ ਨੂੰ ਇਨਵਾਈਟ ਕੀਤਾ ਹੈ ਜੀ ਸਟੂਡੀਓ ਦੇ ਵਿੱਚ। ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ, ਤੁਸੀਂ ਇੰਨੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਆਉਂਦੇ ਹੋ, ਦਰਸ਼ਕਾਂ ਨੂੰ ਸਾਡਿਆਂ ਨੂੰ ਰੂਬਰੂ ਹੁੰਦੇ ਹੋ। ਬਹੁਤ ਧੰਨਵਾਦ ਜੀ ਤੇ ਬਹੁਤ ਸਵਾਗਤ ਹੈ ਜੀ ਤੁਹਾਡਾ। ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਧੰਨਵਾਦ, ਕਿਉਂਕਿ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ ਲੋਕਾਂ ਨੂੰ ਜਾਗਰੂਕ ਕਰਨਾ ਸਾਡਾ ਫਰਜ਼ ਬਣਦਾ ਹੈ ਤੇ D5 ਬਹੁਤ ਇੱਕ ਵਧੀਆ ਰੋਲ ਨਿਭਾ ਰਿਹਾ, ਸੋ ਮੁਬਾਰਕਬਾਦ ਤੁਹਾਨੂੰ ਜੀ। ਬਿਲਕੁਲ, D5 ਚੈਨਲ ਤੇ TV ਪੰਜਾਬ ਦੇ ਦਰਸ਼ਕ ਜਿਹੜੇ ਇਹ ਪ੍ਰੋਗਰਾਮ ਦੇਖਦੇ ਨੇ ਉਹਨਾਂ ਨੂੰ ਅਸੀਂ ਇਹ ਦੱਸਣਾ ਚਾਹਾਂਗੇ ਕਿ ਹਫ਼ਤੇ ਭਰ ਦੇ ਵਿੱਚ ਹਰਪ੍ਰੀਤ ਸਿੰਘ ਹੋਣੀ ਇੰਨੀਆਂ ਕੁ ਖਬਰਾਂ ਇਕੱਠੀਆਂ ਕਰ ਲੈਂਦੇ ਨੇ ਕਿ ਕਿਸ ਤਰੀਕੇ ਨਾਲ ਕੈਨੇਡੀਅਨਸ ਨੂੰ, ਕੈਨੇਡੀਅਨ ਇੰਡੀਅਨਸ ਨੂੰ ਖਾਸ ਕਰਕੇ ਜਾਂ ਏਸ਼ੀਅਨਸ ਨੂੰ ਕਿਸ ਤਰੀਕੇ ਨਾਲ ਗਾਈਡ ਕੀਤਾ ਜਾ ਸਕੇ। ਖਾਸ ਕਰ ਸਾਡੇ ਉਹ ਵੀਰਾਂ ਭੈਣਾਂ ਦੀ ਗੱਲ ਕਰਦੇ ਨੇ ਜਿਹੜੇ ਪੰਜਾਬੀ ਜ਼ਿਆਦਾ ਸਮਝਦੇ ਨੇ ਜੀ, ਕਿਉਂਕਿ ਪੰਜਾਬੀ ਚੈਨਲ ਆਬਵੀਅਸਲੀ ਪੰਜਾਬੀ 'ਚ ਗੱਲ ਕਰਾਂਗੇ ਤੇ ਪੰਜਾਬੀ ਹੀ ਸਾਡੇ ਜ਼ਿਆਦਾ ਦਰਸ਼ਕ ਨੇ, ਬਟ ਇਟ ਇਜ਼ ਗੋਇੰਗ ਟੂ ਬੀ ਅ ਬ੍ਰਿਜ ਬਿਟਵੀਨ ਪੰਜਾਬੀ ਔਰ ਇੰਡੀਅਨ ਕਮਿਊਨਿਟੀ ਐਂਡ ਕੈਨੇਡੀਅਨ ਮੇਨ ਸਟ੍ਰੀਮ ਗਵਰਨਮੈਂਟਸ ਕਾਰਪੋਰੇਟ। ਸੋ ਇਹ ਇਸ ਤਰ੍ਹਾਂ ਦਾ ਬ੍ਰਿਜ ਹੈ ਜੀ ਇਹ ਸਾਡਾ ਇਹ ਪ੍ਰੋਗਰਾਮ। ਸੋ ਹਰਪ੍ਰੀਤ ਜੀ, ਬੜੇ ਅਹਿਮ ਮੁੱਦੇ ਨੇ ਜੀ ਅੱਜ। ਬੱਚਿਆਂ ਦੀ ਸਾਈਕੋਲੋਜੀ ਦੀ ਗੱਲ ਕਰਾਂਗੇ, ਬੱਚੇ ਕਿਸ ਤਰ੍ਹਾਂ ਬਿਹੇਵ ਕਰਦੇ ਨੇ। ਬਰੈਂਪਟਨ ਦੇ ਵਿੱਚ ਹੋਕਸ ਕਾਲਸ ਜਾਂਦੀਆਂ ਨੇ, ਥ੍ਰੈਡ ਜਾਂਦੇ ਨੇ ਸਕੂਲਾਂ ਨੂੰ, ਸੈਕਸਟੋਰਸ਼ਨ ਬਾਰੇ ਗੱਲ ਕਰਾਂਗੇ। ਪਰ ਉਸ ਤੋਂ ਪਹਿਲਾਂ ਅਸੀਂ ਗੱਲ ਕਰਨੀ ਚਾਹਾਂਗੇ 15% ਦੇ ਕਰੀਬ ਹਾਈਕ ਹੋ ਗਿਆ, ਕਹਿੰਦੇ ਜਿਹੜਾ ਕ੍ਰੈਡਿਟ ਕਾਰਡ ਦੇ ਪੈਸੇ ਲੋਕਾਂ ਨੇ ਵਾਪਸ ਦੇਣੇ ਸੀਗੇ ਉਹ ਹੁਣ ਘੱਟ ਦੇ ਰਹੇ ਨੇ। ਉਹ ਮਹਿੰਗਾਈ ਉਹਦਾ ਕਾਰਨ ਹੈ, ਇਨਫਲੇਸ਼ਨ ਉਹਦਾ ਕਾਰਨ ਹੈ ਤੇ ਹੋਰ ਕਈ ਕਾਰਨ ਨੇ, ਉਹਦੇ ਤੇ ਵੀ ਤੁਸੀਂ ਜ਼ਰੂਰ ਝਾਤ ਪਾਇਓ। ਤੇ ਨਾਲ ਹੀ ਚਾਈਨਾ ਦੀ ਇੰਟਰਫੇਰੈਂਸ ਬਾਰੇ ਜਿਹੜੀ ਅਸੀਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ, ਇਸ ਹਫ਼ਤੇ ਵੀ ਉਹਦੇ ਬਾਰੇ ਜੋ ਅਪਡੇਟਸ ਨੇ ਉਹਨਾਂ ਬਾਰੇ ਵੀ ਗੱਲ ਕਰਾਂਗੇ।
ਜੀ। ਸਭ ਤੋਂ ਪਹਿਲਾਂ ਆਪਾਂ ਮਹਿੰਗਾਈ, ਕਿਉਂਕਿ ਉਹਦੇ ਕਰਕੇ ਹੀ ਹਾਹਾਕਾਰ ਮਚੀ ਹੋਈ ਹੈ ਜੀ, ਉਹਦੇ ਬਾਰੇ ਗੱਲ ਕਰਦੇ ਹਾਂ। ਪਰ ਕੈਨੇਡੀਅਨ ਗਵਰਨਮੈਂਟ ਬਹੁਤ ਖੁਸ਼ ਹੈ ਕਿ ਬੈਂਕ ਆਫ ਕੈਨੇਡਾ ਨੇ ਇਸ ਵਾਰ ਇਹ ਰੇਟ ਆਫ ਇੰਟਰਸਟ ਨਹੀਂ ਵਧਾਇਆ। ਇਸ ਨੂੰ ਕਿਸ ਨਜ਼ਰੀਏ ਨਾਲ ਦੇਖਣਾ ਚਾਹੀਦਾ ਆ ਆਮ ਲੋਕਾਂ ਨੂੰ? ਜੀ ਰਵਿੰਦਰ ਜੀ, ਬਿਲਕੁਲ ਤੁਸੀਂ ਸਹੀ ਕਿਹਾ ਕਿ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜਿਆ ਹੋਇਆ ਹੈ ਤੇ ਉਸ ਸੰਬੰਧ ਵਿੱਚ ਬੈਂਕ ਆਫ ਕੈਨੇਡਾ ਪਿਛਲੇ ਸਾਲ ਤੋਂ ਹੀ ਇੰਟਰਸਟ ਰੇਟ ਨੂੰ ਵਧਾ ਰਿਹਾ ਸੀ ਤੇ ਉਹਨਾਂ ਨੇ ਇਹ ਚੇਤਾਵਨੀ ਦਿੱਤੀ ਸੀ ਕਿ ਇਨਫਲੇਸ਼ਨ ਨੂੰ ਰੋਕਣ ਵਾਸਤੇ ਇੰਟਰਸਟ ਰੇਟ ਵਧਾਉਣਾ ਬਹੁਤ ਜ਼ਰੂਰੀ ਹੈਗਾ। ਸੋ ਜਦੋਂ ਅਸੀਂ ਇਨਫਲੇਸ਼ਨ ਦੀ ਗੱਲ ਕਰ ਰਹੇ ਹਾਂ, ਡੈਫੀਨਿਟਲੀ ਜਿਹੜੇ ਨੰਬਰਸ ਆ ਰਹੇ ਨੇ ਥੋੜ੍ਹੇ ਜਿਹੇ ਗੁੱਡ ਹੈਗੇ ਨੇ, ਪਰ ਅਜੇ ਉਹ ਟਰਾਂਸਲੇਟ ਨਹੀਂ ਹੋ ਰਹੇ ਕਿ ਗਰੋਸਰੀ ਸਟੋਰਸ 'ਤੇ ਜਾਂ ਹੋਰ ਥਾਵਾਂ 'ਤੇ ਜਾ ਕੇ ਉਹ ਰਾਹਤ ਆਮ ਜਨਤਾ ਨੂੰ ਮਿਲਦੀ ਹੋਏ। ਬਟ ਉਹਦੇ ਬਾਰੇ ਅਸੀਂ ਬਾਅਦ 'ਚ ਗੱਲ ਕਰਨੇ ਆ। ਜਿੱਥੇ ਬੈਂਕ ਆਫ ਕੈਨੇਡਾ ਨੇ ਮਾਰਚ 8 ਨੂੰ ਇਸ ਵਾਰ ਘੋਸ਼ਣਾ ਕੀਤੀ ਹੈ ਕਿ ਇੰਟਰਸਟ ਰੇਟ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਏਗਾ, ਉਸ ਨਾਲ ਕੁਝ ਲੋਕਾਂ ਨੇ ਤਾਂ ਸਾਹ ਲਿਆ ਹੈਗਾ, ਡਰ ਹੈਗਾ ਸੀ ਕਿ ਜੇਕਰ ਹੋਰ ਇੰਟਰਸਟ ਰੇਟ ਵੱਧ ਜਾਂਦੇ ਨੇ, ਆਲਰੇਡੀ ਲੋਕੀ ਕ੍ਰਿਪਲਡ ਹੋਏ ਨੇ, ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਬੋਝ ਪੈ ਚੁੱਕਿਆ ਹੈ। ਅਤੇ ਇਹ ਉਹੀ ਲੋਕ ਨਹੀਂ ਸਿਰਫ ਜਿਹੜੇ ਰੀਅਲ ਏਸਟੇਟ ਨਾਲ ਡੀਲ ਕਰਦੇ ਨੇ, ਪਰ ਆਮ ਜਨਤਾ ਜੋ ਹੈ ਜਿਹੜੀ ਮੌਰਗੇਜ ਪੇ ਕਰਦੀ ਹੈ। ਦੋ ਕਿਸਮ ਦੀਆਂ ਮੌਰਗੇਜਸ ਹੁੰਦੀਆਂ ਨੇ, ਇੱਕ ਫਿਕਸਡ ਹੁੰਦੀ ਹੈ, ਇੱਕ ਵੇਰੀਏਬਲ ਹੁੰਦੀ ਹੈ। ਜਿਹੜੇ ਲੋਕ ਤਾਂ ਵੇਰੀਏਬਲ 'ਤੇ ਸਨ, ਜਿਹੜੇ ਕਿ ਵਿਆਜ ਦਰਾਂ ਦੇ ਨਾਲ ਪੈਸੇ ਵੱਧ ਜਾਂ ਘੱਟ ਦੇਣੇ ਪੈਂਦੇ ਨੇ, ਉਹ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ। ਪਰ ਇੱਕ ਨਵੀਂ ਰਿਪੋਰਟ ਆਈ ਜਿਹੜੀ ਕਿ ਚਿੰਤਾ ਦਾ ਵਿਸ਼ਾ ਹੈ ਕਿ ਤਕਰੀਬਨ 5 ਲੱਖ ਕੈਨੇਡੀਅਨਸ ਦੀ ਮੌਰਗੇਜਸ ਇਸ ਸਾਲ ਰੀਨਿਊ ਹੋਣੀਆਂ ਨੇ। ਹੁਣ ਜਦੋਂ ਰੀਨਿਊਅਲ ਹੋਣੀ ਹੈ, ਜਦੋਂ ਲੋਕਾਂ ਨੇ ਪੈਸੇ ਲਏ ਸੀ 3 ਸਾਲ ਜਾਂ 5 ਸਾਲ ਲਈ, ਜਿਹੜੀ ਮੌਰਗੇਜ ਨੂੰ ਤੁਸੀਂ ਲੌਕ ਕਰ ਦਿੰਦੇ ਹੈਗੇ ਹੋ, ਤਾਂ ਉਸ ਤੋਂ ਬਾਅਦ ਰੀਨਿਊ ਹੁੰਦੀ ਹੈ ਮੌਰਗੇਜ। ਹੁਣ ਜਦੋਂ 2023 ਦੇ ਵਿੱਚ 5 ਲੱਖ ਦੇ ਕਰੀਬ ਕੈਨੇਡੀਅਨਸ ਨੇ ਜਦੋਂ ਰੀਨਿਊ ਕਰਨੀ ਆਪਣੀ ਮੌਰਗੇਜਸ, ਉਹਨਾਂ ਨੂੰ ਕੁਆਲੀਫਾਈ ਕਰਨਾ ਪਏਗਾ ਜੋ ਹੁਣ ਦੇ ਰੇਟ ਹੈਗੇ ਨੇ। ਸੋ ਇਹਦੇ ਵਿੱਚ ਵੀ ਇੱਕ ਬਹੁਤ ਵੱਡੀ ਸਮੱਸਿਆ ਆਏਗੀ ਲੋਕਾਂ ਨੂੰ ਕਿ ਕਿਸ ਤਰੀਕੇ ਨਾਲ ਉਹ ਆਪਣੇ ਆਪ ਨੂੰ ਕੁਆਲੀਫਾਈ ਕਰਨਗੇ, ਕਿਉਂਕਿ ਇਨਕਮਸ ਵਿੱਚ ਤਾਂ ਵਾਧਾ ਹੋਇਆ ਨਹੀਂ, ਪਰ ਖਰਚਿਆਂ 'ਚ ਜ਼ਰੂਰ ਵਾਧਾ ਹੋ ਗਿਆ ਹੈ। ਸੋ ਦੈਟ ਇਜ਼ ਅ ਮੈਟਰ ਆਫ ਕੰਸਰਨ, ਬਟ ਓਨਲੀ ਟਾਈਮ ਵਿਲ ਟੈਲ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਇੰਟਰਸਟ ਰੇਟ ਘਟਾਇਆ ਜਾਂਦਾ ਹੈ ਜਾਂ ਇੱਥੇ ਹੀ ਰੱਖਿਆ ਜਾਂਦਾ ਹੈ। ਪਰ ਅਜੇ ਜਿਹੜੇ ਸੰਕੇਤ ਆ ਰਹੇ ਨੇ ਉਹ ਇਹੀ ਹੈਗੇ ਨੇ ਕਿ ਇੰਟਰਸਟ ਰੇਟ ਐਤਕੀ ਨਹੀਂ ਵਧਾਇਆ ਗਿਆ, ਲੇਕਿਨ ਅਗਲੀ ਵਾਰੀ ਸ਼ਾਇਦ ਵੱਧ ਸਕਦਾ ਹੈ। ਇਸ ਦੇ ਬਾਰੇ ਕੁਝ ਗੱਲਾਂ ਸਾਹਮਣੇ ਆਈਆਂ ਨੇ ਕਿ ਅਮਰੀਕਾ ਦੇ ਵਿੱਚ ਤਕਰੀਬਨ 3 ਲੱਖ ਨਵੀਆਂ ਜੌਬਸ ਕ੍ਰੀਏਟ ਹੋਈਆਂ, ਜਦਕਿ ਕੈਨੇਡਾ ਦੇ ਵਿੱਚ ਫਰਵਰੀ ਦੇ ਮਹੀਨੇ 'ਚ ਸਿਰਫ 22,000 ਜਿਹੜੀਆਂ ਜੌਬਸ ਹੈਗੀਆਂ ਨੇ ਉਹ ਨਵੀਆਂ ਆਈਆਂ ਨੇ। ਜਨਵਰੀ ਦੇ ਮੁਕਾਬਲੇ ਜਦੋਂ ਅਸੀਂ ਕੰਪੇਅਰ ਕਰਨੇ ਤਾਂ 1 ਲੱਖ ਮੇਰੇ ਖਿਆਲ 20,000 ਦੇ ਕਰੀਬ ਜੌਬਸ ਹੈਗੀਆਂ ਸੀ ਜਿਹੜੀਆਂ ਜਨਵਰੀ ਦੇ ਵਿੱਚ ਐਡ ਔਨ ਕੀਤੀਆਂ ਗਈਆਂ ਸਨ, ਜਿਸ ਕਰਕੇ ਇੰਟਰਸਟ ਰੇਟ ਕਿਹਾ ਗਿਆ ਸੀ ਕਿ ਐਤਕੀ ਸ਼ਾਇਦ ਨਾ ਵਧਾਇਆ ਜਾਏ। ਬਟ ਕਿਉਂਕਿ ਹੁਣ ਅਨਇੰਪਲੋਇਮੈਂਟ ਜਿਹੜਾ ਉਹ ਰੇਟ ਇੱਕ ਤਰ੍ਹਾਂ ਦਾ ਸਟੈਟਿਕ ਹੀ ਹੈਗਾ, 5.9% ਦੇ ਕਰੀਬ ਹੈਗਾ। ਸੋ ਇਸ ਉੱਤੇ ਜਿਹੜੇ ਸਿਆਸੀ ਮਾਹਰ ਹੈਗੇ ਨੇ ਤੇ ਜਿਹੜੇ ਇਕੋਨੋਮਿਸਟ ਹੈਗੇ ਨੇ ਉਹ ਕਿੰਤੂ ਪ੍ਰੰਤੂ ਕਰ ਰਹੇ ਨੇ ਕਿ ਕਿਸ ਪਾਸੇ ਨੂੰ ਸਾਡੀ ਇਕੋਨਮੀ ਜਾ ਰਹੀ ਹੈ। ਪਰ ਇਨਫਲੇਸ਼ਨ ਭਾਵੇਂ 5.9% ਤੇ ਮਾਫੀ ਚਾਹੁੰਦਾ, ਅਨਇੰਪਲੋਇਮੈਂਟ ਭਾਵੇਂ 5.9% ਤੇ ਆ ਗਈ ਹੈ, ਲੇਕਿਨ ਅਸੀਂ ਇਹ ਦੇਖ ਰਹੇ ਹਾਂ ਕਿ ਮਹਿੰਗਾਈ ਜੋ ਹੈ ਉਹ ਉਸ ਦੇ ਵਿੱਚ ਕਮੀ ਨਜ਼ਰ ਨਹੀਂ ਆ ਰਹੀ। ਲਾਸਟ ਟਾਈਮ ਵੀ ਅਸੀਂ ਥੋੜ੍ਹਾ ਜਿਹਾ ਟੱਚ ਕੀਤਾ ਸੀ ਕਿ ਜਦੋਂ ਗਲੋਬਲ ਸਪਲਾਈ ਚੇਨ ਦੀ ਅਸੀਂ ਗੱਲ ਕਰਦੇ ਹਾਂ ਤਾਂ ਕੰਟੇਨਰਸ ਦੀ ਕੀਮਤ 25-30 ਹਜ਼ਾਰ ਡਾਲਰ ਤੱਕ ਚਲੀ ਗਈ ਸੀ, ਜਿਹੜੀ ਕੈਨੇਡਾ ਵਿੱਚ ਚਾਈਨਾ ਤੋਂ ਕੰਟੇਨਰਸ ਆਉਂਦੇ ਨੇ। ਉਹ ਹੁਣ ਵਾਪਸ 2,000-2,500 ਤੇ ਆ ਗਈ ਹੈ, ਲੇਕਿਨ ਉਸ ਦਾ ਜਿਹੜਾ ਬੈਨੀਫਿਟ ਹੈ ਆਮ ਜਨਤਾ ਨੂੰ ਨਹੀਂ ਮਿਲ ਰਿਹਾ ਹੈਗਾ। ਐਂਡ ਹੈਰਾਨੀਜਨਕ ਗੱਲ ਇਹ ਹੈਗੀ ਹੈ ਕਿ ਇਸ ਉੱਤੇ ਪਾਰਲੀਮੈਂਟ ਦੇ ਵਿੱਚ ਇਸੀ ਹਫਤੇ ਜੋ ਹੈ ਇੱਕ ਬਹਿਸ ਚੱਲ ਰਹੀ ਸੀ, ਜਿਸ ਵਿੱਚ ਕਿ ਇੱਕ ਟਵੀਟ ਆਇਆ ਹੈ ਇੱਕ ਟੋਰਾਂਟੋ ਸਨ ਦੇ ਇੱਕ ਰਿਪੋਰਟਰ ਹੈਗੇ ਨੇ, ਜਿਨ੍ਹਾਂ ਨੇ ਕਿ ਜਗਮੀਤ ਸਿੰਘ ਨੇ ਜੋ ਦਸਤਾਰ ਸਜਾਈ ਸੀ ਉਸ ਉੱਤੇ ਉਹਨਾਂ ਨੇ ਇੱਕ ਵਿਅੰਗ ਕੱਸਿਆ ਕਿ ਕੀ ਇਹ ਨੋ ਨੇਮ ਬ੍ਰਾਂਡ ਦੀ ਤੁਸੀਂ ਦਸਤਾਰ ਸਜਾ ਕੇ ਆਏ, ਕਿਉਂਕਿ ਉਹ ਕੇਸਰੀ ਰੰਗ ਦੀ ਉਹਨਾਂ ਨੇ ਦਸਤਾਰ ਸਜਾਈ ਸੀ। ਅਤੇ ਜਦੋਂ ਅਸੀਂ ਜਿਹੜੀ ਕੰਪਨੀਆਂ ਦੇ ਮਾਲਕ ਉੱਥੇ ਬੈਠੇ ਸਨ, ਨੋ ਫ੍ਰਿਲਸ ਅਤੇ ਹੋਰ ਕੰਪਨੀਆਂ ਦੇ, ਉਹਨਾਂ ਦਾ ਵੀ ਜਿਹੜਾ ਬ੍ਰਾਂਡਿੰਗ ਹੈਗੀ ਉਹ ਯੈਲੋ ਦੇ ਵਿੱਚ ਹੈਗੀ ਹੈ। ਸੋ ਇਟ ਵਾਜ਼ ਅ ਕਾਈਂਡ ਆਫ ਅ ਜੋਕ, ਬਟ ਇਸ ਨੂੰ ਬਹੁਤ ਸੀਰੀਅਸਲੀ ਲਿਆ ਗਿਆ ਹੈ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ ਫਰੰਟ 'ਤੇ ਆਈ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਇਹੋ ਜਿਹਾ ਮੰਦਾ ਜੋਕ ਕਰਨਾ ਬਿਲਕੁਲ ਸਰਾਸਰ ਗਲਤ ਹੈਗਾ। ਅਤੇ ਮਿਸਟਰ ਸਮਿਥ ਹੈਗਾ ਸ਼ਾਇਦ ਉਹਨਾਂ ਦਾ ਨਾਂ, ਉਹਨਾਂ ਨੂੰ ਅਪੋਲੋਜੀ ਕਰਨੀ ਚਾਹੀਦੀ ਹੈ ਇਸ ਉੱਤੇ ਕਿ ਉਹਨਾਂ ਨੇ ਕਿਉਂ ਇਹ ਕਿਹਾ ਕਿ ਨੋ ਨੇਮ ਬ੍ਰਾਂਡ ਦੀ ਤੁਸੀਂ ਦਸਤਾਰ ਸਜਾ ਕੇ ਆਏ ਹੋ। ਬਹਰਹਾਲ ਇਹ ਤਾਂ ਸਿਆਸੀ ਸਰਕਲਸ ਦੇ ਵਿੱਚ ਇਸ ਸਮੇਂ ਕਾਫੀ ਗਰਮੀ ਹੋਈ ਹੈ ਗੱਲ। ਟਵਿੱਟਰ ਦੇ ਉੱਤੇ ਟਵੀਟਸ ਅਜੇ ਵੀ ਅੱਗੇ ਪਿੱਛੇ ਚੱਲ ਰਹੀਆਂ ਨੇ ਅਤੇ ਰਿਪੋਰਟਰ ਨੇ ਕਿਹਾ ਕਿ ਕਿਸ ਗੱਲ ਦੀ ਮੈਂ ਮਾफ़ੀ ਮੰਗਾ, ਮੈਂ ਤਾਂ ਇੱਕ ਜਨਰਲ ਟਰਮਸ ਵਿੱਚ ਗੱਲ ਕੀਤੀ ਸੀ, ਮੈਂ ਇਹ ਥੋੜ੍ਹਾ ਕਿ ਦਸਤਾਰ ਪਾਣੀ ਗਲਤ ਹੈ ਜਾਂ ਮੈਂ ਦਸਤਾਰ ਦੇ ਉੱਤੇ ਕੋਈ ਵਿਅੰਗ ਕੱਸਿਆ ਹੋਏ। ਬਹਰਹਾਲ ਸਿਚੁਏਸ਼ਨ ਇਹ ਹੈਗੀ ਹੈ ਕਿ ਵੱਡੀਆਂ ਕੰਪਨੀਆਂ ਦੀ ਜਦੋਂ ਪਾਰਲੀਮੈਂਟ ਦੇ ਵਿੱਚ ਸੁਣਵਾਈ ਹੋਈ ਤਾਂ ਉਹਨਾਂ ਨੇ ਕਿਹਾ, ਲੌਬਲੋ ਦੇ ਜਿਹੜੇ ਓਨਰ ਹੈਗੇ ਨੇ ਉਹਨਾਂ ਨੇ ਕਿਹਾ CEO ਕਿ $25 ਜੇਕਰ ਅਸੀਂ ਗਰੋਸਰੀ ਦੀ ਵੇਚਦੇ ਹਾਂ ਤਾਂ $1 ਸਾਨੂੰ ਬਚਦਾ ਹੈ, ਜਿਹੜਾ ਕਿ ਖਾਸੋ ਹੀ ਨਹੀਂ ਗੱਲ ਲੱਗਦੀ ਹੈਗੀ ਹੈ, ਕਿਉਂਕਿ ਕਾਫੀ ਵੱਡੀ ਮਾਤਰਾ ਵਿੱਚ ਇਹਨਾਂ ਦੇ ਪ੍ਰੋਫਿਟਸ ਹੋ ਰਹੇ ਨੇ।
ਸੋ ਗਲੋਬਲ ਸਪਲਾਈ ਚੇਨ ਦੇ ਵਿੱਚ ਤਾਂ ਬਿਹਤਰੀ ਨਜ਼ਰ ਆ ਰਹੀ ਹੈ, ਪਰ ਆਮ ਕੈਨੇਡੀਅਨ ਜੋ ਹੈ ਉਸ ਨੂੰ ਕੁਝ ਅਜੇ ਰਾਹਤ ਨਹੀਂ ਮਿਲ ਰਹੀ, ਅਜੇ ਵੀ ਮਹਿੰਗਾਈ ਜੋ ਹੈ ਲੋਕਾਂ ਦੇ ਕਮਰ ਤੋੜ ਰਹੀ ਹੈਗੀ ਹੈ। ਸੋ ਕਮਿੰਗ ਬੈਕ ਟੂ ਦ ਇਸ਼ੂ ਆਫ ਮੌਰਗੇजेस, ਇਹ ਹੁਣ 5 ਲੱਖ ਮੌਰਗੇਜ ਜਦੋਂ ਰੀਨਿਊ ਹੋਣਗੀਆਂ ਜਾਂ ਰੀਫਾਈਨੈਂਸ ਹੋਣਗੀਆਂ, ਕਿੰਨੀਆਂ ਕੁ ਇਹਦੇ ਵਿੱਚੋਂ ਪਾਸ ਹੋ ਸਕਣਗੀਆਂ, ਇਹਦਾ ਅਗੇਨ ਸਮਾਂ ਹੀ ਦੱਸੇਗਾ, ਪਰ ਲੋਕ ਜਿਹੜੇ ਨੇ ਬੜਾ ਚਿੰਤਤ ਹੈਗੇ ਨੇ। ਐਂਡ ਬੈਂਕ ਆਫ ਕੈਨੇਡਾ ਦਾ ਇਹ ਅਜੇ ਕੋਈ ਵਾਅਦਾ ਨਹੀਂ ਹੈਗਾ ਕਿ ਜੀ ਆਉਣ ਵਾਲੇ ਸਮੇਂ ਵਿੱਚ ਵਿਆਜ ਦਰਾਂ ਵਿੱਚ ਵਾਧਾ ਨਹੀਂ ਕੀਤਾ ਜਾਏਗਾ। ਸੋ ਓਵਰਆਲ ਜਦੋਂ ਅਸੀਂ ਅੰਕੜੇ ਦੇਖਦੇ ਹਾਂ ਅਤੇ ਇਕੋਨਮਿਸਟ ਦੀ ਗੱਲਾਂ ਬਾਤਾਂ ਪੜ੍ਹਦੇ ਹਾਂ ਅਤੇ ਸੁਣਦੇ ਹਾਂ, ਉਸ 'ਚੋਂ ਇਹੀ ਚੀਜ਼ ਆ ਰਹੀ ਹੈ ਕਿ ਇੰਟਰਸਟ ਰੇਟਸ ਹੁਣ ਇੱਥੇ ਹੀ ਹੋਵਰ ਕਰਨਗੇ। 0.25 ਘਟ ਜਾਏਗਾ ਜਾਂ 0.25 ਵੱਧ ਜਾਏਗਾ ਜਾਂ 0.50 ਵੱਧ ਜਾਏਗਾ। ਸੋ ਐਨੀਵੇਅਰ ਬਿਟਵੀਨ 4.5% to 5% ਇੰਟਰਸਟ ਰੇਟਸ ਆਉਣ ਵਾਲੇ ਸਮੇਂ 'ਚ ਸਾਨੂੰ ਦੇਖਣ ਨੂੰ ਮਿਲਣਗੇ। ਅਤੇ ਲੋਕਾਂ ਨੂੰ ਹੁਣ ਆਪਣੇ ਕਮਰ ਕੱਸੇ ਕਰਨੇ ਪੈਣਗੇ, ਕਿਉਂਕਿ ਜਿੱਥੇ ਇੰਟਰਸਟ ਰੇਟਸ ਦਾ ਵੱਧ ਉਹਨਾਂ ਨੂੰ ਖਰਚਾ ਪੈ ਰਿਹਾ ਹੈ, ਉਸ ਦੇ ਨਾਲ ਪ੍ਰੋਪਰਟੀ ਟੈਕਸਿਸ, ਕਿਉਂਕਿ ਅਪ੍ਰੈਲ ਮਈ ਮਹੀਨੇ ਦੇ ਵਿੱਚ ਜੋ ਹੈ ਤੁਹਾਨੂੰ ਪਤਾ ਲੱਗ ਜਾਂਦਾ ਕਿ ਤੁਸੀਂ ਪ੍ਰੋਪਰਟੀ ਟੈਕਸਿਸ ਦੇਣੇ ਨੇ ਆਪਣੀ ਪ੍ਰੋਪਰਟੀਜ਼ 'ਤੇ। ਬ੍ਰਿਟਿਸ਼ ਕੋਲੰਬੀਆ ਦੀ ਅਸੀਂ ਗੱਲ ਕਰੀਏ ਅਤੇ ਜੇਕਰ ਅਸੀਂ ਜਿੱਥੇ ਜ਼ਿਆਦਾ ਪੰਜਾਬੀ ਵਸੋਏ ਸਰੀ ਸ਼ਹਿਰ ਦੀ ਗੱਲ ਕਰੀਏ, ਤਾਂ ਇੱਥੇ 12.5% ਵਾਧਾ ਕੀਤਾ ਜਾ ਰਿਹਾ ਪ੍ਰੋਪਰਟੀ ਟੈਕਸਿਸ ਦੇ ਵਿੱਚ। 17.5 ਪ੍ਰਸਤਾਵਿਤ ਸੀ, ਪਰ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਇੱਕ ਗ੍ਰਾਂਟ ਆਈ ਸੀ ਜਿਹੜੀ ਕਿ ਇਨਫਰਾਸਟਰਕਚਰ ਡਿਵੈਲਪਮੈਂਟ ਵਾਸਤੇ ਸੀ। ਇਹ ਕੈਪੀਟਲ ਐਕਸਪੈਂਡੀਚਰ ਹੈਗਾ ਸੀ ਜਿਹੜਾ ਕਰਨਾ ਚਾਹੀਦਾ ਸੀ, ਯਾਨੀ ਕਿ ਰੋਡਸ ਨੂੰ ਬਿਹਤਰ ਕਰੋ ਜਾਂ ਸੁਵਿਧਾਵਾਂ ਦਿਓ ਲੋਕਾਂ ਨੂੰ। ਉਹ ਪੈਸੇ ਉੱਥੇ ਨਹੀਂ ਲੱਗ ਰਹੇ, ਉਹ ਪੈਸੇ ਲੋਕਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ ਸਰੀ ਦੀ ਮੇਅਰ ਵੱਲੋਂ ਕਿ $90 ਮਿਲੀਅਨ ਜਿਹੜੇ ਪ੍ਰੋਪਰਟੀ ਟੈਕਸਿਸ ਨੇ ਉਸ ਦੇ ਵਿੱਚ ਤੁਹਾਡੇ ਲੱਗ ਜਾਣਗੇ। ਤਾਂ ਤਕਰੀਬਨ $480 ਪਹਿਲਾਂ ਦੇਣੇ ਪੈਣੇ ਸੀ, ਹੁਣ ਕਰੋ ਅਰਾਊਂਡ $240 ਜਿਹੜੇ ਨੇ ਲੋਕਾਂ ਨੂੰ ਹੋਰ ਖਰਚਣੇ ਪੈਣਗੇ। ਪਰ ਇਸ ਸਮੇਂ $1 ਜਿਹੜਾ ਹੈਗਾ ਉਹ ਮਾਇਨੇ ਰੱਖਦਾ ਹੈਗਾ ਅਤੇ ਲੋਕ ਉਸ ਵਾਸਤੇ ਪਰੇਸ਼ਾਨ ਹੈਗੇ ਨੇ। ਸੋ ਆਉਣ ਵਾਲੇ ਦਿਨ ਜਿਹੜੇ ਹੈਗੇ ਨੇ ਜੀ ਥੋੜ੍ਹੇ ਜਿਹੇ ਹੋਰ ਅਜੇ ਟੈਨਸ਼ਨ ਵਾਲੇ ਹੋਣਗੇ ਕੈਨੇਡੀਅਨਸ ਵਾਸਤੇ, ਐਜ਼ ਫਾਰ ਐਜ਼ ਹੋਮ ਐਂਡ ਹੋਮ ਐਸੋਸੀਏਟਿਡ ਥਿੰਗਸ ਆਰ ਕੰਸਰਨਡ। ਇਹ ਜਿਹੜੀ ਹਰਪ੍ਰੀਤ ਜੀ, ਜਿਹੜੀ ਕ੍ਰੈਡਿਟ ਮੋਨੀਟਰਿੰਗ ਏਜੰਸੀ ਹੈ ਇਕੁਫੈਕਸ, ਇਹਦੀ ਰਿਪੋਰਟ ਹੈ ਕ੍ਰੈਡਿਟ ਕਾਰਡ ਦਾ ਪੈਸਾ ਵਾਪਸ ਕਰਨ ਬਾਰੇ। ਕਹਿੰਦੇ ਜੀ ਲੋਕਾਂ ਨੇ ਜ਼ਿਆਦਾ ਕ੍ਰੈਡਿਟ ਕਾਰਡ ਦਾ ਪੈਸਾ ਯੂਜ਼ ਕੀਤਾ ਆ ਤੇ ਵਾਪਸੀ ਘੱਟ ਹੋ ਰਹੀ ਹੈ। ਕੀ ਇਹੀ ਕਾਰਨ ਹੈ ਜੀ ਇਹਨਾਂ ਚੀਜ਼ਾਂ ਦਾ? ਜੀ ਬਿਲਕੁਲ। ਦੇਖੋ, ਇੱਕ ਚੀਜ਼ ਹੈਗੀ ਕਿ ਜਦੋਂ ਤੁਹਾਡੇ ਕੋਲ ਦੋ ਜ਼ਰੀਏ ਨੇ ਪੈਸੇ ਖਰਚਣ ਦੇ, ਜਾਂ ਤਾਂ ਤੁਹਾਡੇ ਕੋਲ ਕੈਸ਼ ਹੋਏਗਾ ਅਤੇ ਤੁਸੀਂ ਮਾਰਕੀਟ ਜਾ ਕੇ ਖਰਚੋਗੇ, ਅਤੇ ਜਾਂ ਜਿਹੜੀ ਸਹੂਲਤ ਸਾਨੂੰ ਮਿਲੀ ਕ੍ਰੈਡਿਟ ਕਾਰਡ ਦੀ ਕਿ 1 ਮਹੀਨੇ ਤੱਕ ਤੁਸੀਂ ਬਿਨਾਂ ਕੋਈ ਇੰਟਰਸਟ ਦਿੱਤੇ ਹੋਏ ਪੈਸੇ ਦੀ ਵਰਤੋਂ ਕਰ ਸਕਦੇ ਹੋ। ਪਰ ਖਰਚੇ ਤਾਂ ਘਟ ਨਹੀਂ ਰਹੇ ਅਤੇ ਲੋਕਾਂ ਨੇ ਖਰਚੇ ਤਾਂ ਕਰਨੇ ਹੀ ਹੈਗੇ ਨੇ। ਸੋ 4th ਕੁਆਰਟਰ ਆਫ 2022 ਦੇ ਵਿੱਚ 15% ਦਾ ਵਾਧਾ ਹੋਇਆ ਜਿਹੜਾ ਸਾਡਾ ਕਰਜ਼ਾ ਹੈਗਾ। ਕਰਜ਼ਾ ਸਾਡੇ ਉੱਤੇ $100 ਬਿਲੀਅਨ ਦਾ ਜਿਹੜਾ ਪੈ ਚੁੱਕਿਆ ਹੈ, ਅਤੇ ਜਿਹੜੇ ਅਰਥ ਸ਼ਾਸਤਰੀ ਹੈਗੇ ਨੇ ਉਹ ਕਹਿ ਰਹੇ ਨੇ ਕਿ ਬਹੁਤ ਹੀ ਚਿੰਤਾਜਨਕ ਗੱਲ ਹੈਗੀ ਹੈ ਕਿ ਕਰਜ਼ਾ ਸਾਡੇ ਉੱਤੇ ਵੱਧਦਾ ਜਾ ਰਿਹਾ ਅਤੇ ਅਸੀਂ ਆਪਣੀ ਖਰਚਾ ਜੋ ਹੈ ਉਸ ਨੂੰ ਘਟਾ ਨਹੀਂ ਰਹੇ। ਨੋ ਡਾਊਟ ਇਸ ਸਮੇਂ ਬੜੀ ਔਖਿਆਈ 'ਚੋਂ ਲੋਕ ਲੰਘ ਰਹੇ ਨੇ, ਲੇਕਿਨ ਉਸ ਦੇ ਬਾਵਜੂਦ ਲੋਕ ਬੇਸਿਕ ਨੈਸੈਸਿਟੀਜ਼ ਨੂੰ ਮੀਟ ਕਰਨ ਵਾਸਤੇ ਵੀ ਕ੍ਰੈਡਿਟ ਕਾਰਡ ਦਾ ਸਹਾਰਾ ਲੈਂਦੇ ਨੇ। ਅਤੇ ਕ੍ਰੈਡਿਟ ਕਾਰਡ ਦੀ ਪੇਮੈਂਟ ਜਦੋਂ ਕਰਨੀ ਹੁੰਦੀ ਹੈ, ਆਮ ਤੌਰ 'ਤੇ ਅਸੀਂ ਪੰਜਾਬੀ ਲੋਕ ਜਨਰਲੀ ਫੁੱਲ ਪੇਮੈਂਟ ਕਰਦੇ ਨੇ ਤਾਂ ਕਿ ਸਾਨੂੰ ਵਿਆਜ ਨਾ ਪਏ। ਪਰ ਹੁਣ ਕੀ ਹੋ ਰਿਹਾ ਹੈ ਕਿ ਇਹ 15% ਦਾ ਹੋਰ ਕਰਜ਼ਾ ਜਿਹੜਾ ਵਧਿਆ ਹੈ, ਉਹਦੇ ਵਿੱਚ ਸਿਰਫ ਬੇਸਿਕ ਜਿਹੜੀ ਤੁਸੀਂ ਪੇ ਕਰਨਾ ਹੁੰਦਾ ਹੈ ਅਮਾਊਂਟ, ਉਹ ਤੁਸੀਂ ਕਰ ਦਿੰਦੇ ਹੋ, ਜਿਹਦੇ ਨਾਲ ਕਿ ਤੁਹਾਡਾ ਕ੍ਰੈਡਿਟ ਸਕੋਰ ਖਰਾਬ ਨਾ ਹੋਏ। ਮਿਸਾਲ ਦੇ ਤੌਰ 'ਤੇ ਜੇ $1000 ਹੈਗਾ ਅਤੇ ਤੁਸੀਂ $50 ਸਿਰਫ ਦੇਣੇ ਨੇ ਤਾਂ ਕਿ ਤੁਹਾਡਾ ਕ੍ਰੈਡਿਟ ਬਿਊਰੋ ਖਰਾਬ ਨਾ ਹੋਏ। ਬਾਕੀ $950 ਦੇ ਉੱਤੇ ਤੁਹਾਨੂੰ 19 ਤੋਂ ਲੈ ਕੇ 24% ਤੱਕ ਕ੍ਰੈਡਿਟ ਕਾਰਡ ਕੰਪਨੀਜ਼ 'ਤੇ ਡਿਪੈਂਡ ਕਰਦਾ ਜੋ ਚਾਰਜ ਕਰ ਰਹੀਆਂ ਨੇ, ਤੁਸੀਂ ਉੱਤੇ ਉਹ ਇੰਟਰਸਟ ਦਿੰਦੇ ਹੈਗੇ ਹੋ। ਸੋ ਇੱਕ ਬੜਾ ਮਾੜਾ ਟ੍ਰੈਂਡ ਹੈਗਾ, ਕਿਉਂਕਿ ਕਰਜ਼ਾ ਲੈਣਾ ਤਾਂ ਬੜਾ ਸੌਖਾ ਹੁੰਦਾ ਹੈ, ਲੇਕਿਨ ਕਰਜ਼ਾ ਦੇਣਾ ਜਦੋਂ ਵਾਪਸ ਪੈਂਦਾ ਹੈ ਅਤੇ ਜੇਕਰ ਤੁਸੀਂ ਟਾਈਮ ਸਿਰ ਨਾ ਦਿਓ, ਉਹ ਕਰਜ਼ੇ ਦੇ ਉੱਤੇ ਇੰਟਰਸਟ ਪੈ ਕੇ ਉਹ ਇੰਨਾ ਜ਼ਿਆਦਾ ਹੋ ਜਾਂਦਾ ਕਿ ਤੁਸੀਂ ਕਈ ਵਾਰ ਅਫੋਰਡ ਹੀ ਨਹੀਂ ਉਸ ਨੂੰ ਕਰ ਸਕਦੇ। ਸੋ ਇਟਸ ਅ ਮੈਟਰ ਆਫ ਗ੍ਰੇਟ ਕੰਸਰਨ। ਕ੍ਰੈਡਿਟ ਬਿਊਰੋ ਦਾ ਇਕੁਫੈਕਸ ਨੇ ਜੋ ਦੱਸਿਆ ਹੈਗਾ ਕਿ 15% 4th ਕੁਆਰਟਰ ਦੇ ਵਿੱਚ 2022 ਦੇ ਇਹ 15% ਜੋ ਇੰਟਰਸਟ ਮਤਲਬ ਜ਼ਿਆਦਾ ਖਰਚਾ ਅਸੀਂ ਕੀਤਾ ਹੈਗਾ, ਉਹ ਉਸ ਵਾਸਤੇ ਸਾਨੂੰ ਸੋਚਣਾ ਪਏਗਾ ਕਿ ਅਸੀਂ ਕਿਸ ਤਰ੍ਹਾਂ ਆਪਣੀਆਂ ਖਰਚੇ ਜਿਹੜੇ ਨੇ ਉਹਨਾਂ ਨੂੰ ਕਟੌਤੀ ਕਰੀਏ ਉਹਦੇ ਵਿੱਚ। ਇਹਦੇ ਨਾਲ ਹੀ ਇੱਕ ਹੋਰ ਖਬਰ ਜੁੜਦੀ ਹੈ ਕਿ ਜਿਹੜੀ ਜੌਬ ਮਾਰਕੀਟ ਤੁਸੀਂ ਦੱਸੀ ਹੈ ਕਿ 22,000 ਫੈਬਰਰੀ ਦੇ ਵਿੱਚ ਜਨਰੇਟ ਹੋਈਆਂ ਨੇ ਜੌਬਸ, ਅਤੇ ਜਨਵਰੀ ਦੇ ਵਿੱਚ ਤਕਰੀਬਨ 1.5 ਲੱਖ ਦੇ ਕਰੀਬ ਹੋਈਆਂ ਸੀ ਜੌਬਸ। ਅਤੇ ਇਹਦਾ ਇੰਪੈਕਟ ਹਰਪ੍ਰੀਤ ਜੀ ਕੀ ਲੱਗਦਾ ਆ ਕਿ ਜਿਹੜੀਆਂ ਜੌਬਸ ਯਾਨੀ ਕਿ ਅਨਇੰਪਲੋਇਮੈਂਟ ਘਟਦੀ ਜਾ ਰਹੀ ਹੈ, ਜਨਵਰੀ ਦੇ ਮੁਕਾਬਲੇ ਅਸੀਂ ਕਹਿ ਸਕਦੇ ਹਾਂ 20% ਵੀ ਨਹੀਂ ਰਹੀ, ਇਹਦਾ ਇੰਪੈਕਟ ਅਲਟੀਮੇਟਲੀ ਕੀ ਹੋਊਗਾ ਜੀ? ਇਹ ਤਾਂ ਲੋਕ ਹੋਰ ਦਲਦਲ ਦੇ ਵਿੱਚ ਧੱਸਦੇ ਜਾਣਗੇ। ਇੱਕ ਪਾਸੇ ਮਹਿੰਗਾਈ, ਦੂਜੇ ਪਾਸੇ ਜੌਬ ਨਹੀਂ ਕ੍ਰੀਏਟ ਹੋ ਰਹੀਆਂ, ਅਤੇ ਤੀਜੇ ਪਾਸੇ ਸਾਡੀ ਇਮੀਗ੍ਰੇਸ਼ਨ ਪਾਲਿਸੀ ਕਹਿੰਦੀ ਹੈ ਕਿ ਹੋਰ ਲੋਕਾਂ ਨੂੰ ਬੁਲਾ ਲਓ, ਹੋਰ ਲੋਕਾਂ ਨੂੰ ਬੁਲਾ ਲਓ ਇੱਥੇ। ਜੀ
ਸੋ ਰਵਿੰਦਰ ਜੀ, ਇਹਦੇ 'ਚ ਮੁੱਖ ਤੌਰ ਦੇ ਉੱਤੇ ਦੋ ਚੀਜ਼ਾਂ ਨੂੰ ਸਾਨੂੰ ਧਿਆਨ ਦੇਣਾ ਪਏਗਾ ਕਿ ਜੌਬਸ ਦੀ ਜੇ ਤੁਸੀਂ ਗੱਲ ਕਰਨਾ ਹੈ, ਵੱਡੀਆਂ ਕੰਪਨੀਆਂ ਵੀ ਜਿਹੜੀਆਂ ਨੇ ਉਹ ਕੈਨੇਡਾ ਨੂੰ ਛੱਡ ਕੇ ਜਾ ਰਹੀਆਂ ਨੇ, ਜਿਸ ਕਾਰਨ ਜਿਹੜੇ ਲੋਕ ਆਲਰੇਡੀ ਜੌਬਸ ਵਿੱਚ ਹੈਗੇ ਨੇ ਉਹਨਾਂ ਨੂੰ ਜੌਬਸ ਤੋਂ ਹੱਥ ਧੋਣੇ ਪੈ ਰਹੇ ਨੇ। ਦੂਸਰੇ ਪਾਸੇ ਕਿ ਜਿਹੜੇ ਆਲਰੇਡੀ ਅਨਇੰਪਲੋਇਡ ਹੈਗੇ ਨੇ ਉਹਨਾਂ ਵਾਸਤੇ ਕੋਈ ਐਵਨਿਊਜ਼ ਅੱਗੇ ਨਜ਼ਰ ਨਹੀਂ ਆ ਰਹੇ। ਸੋ ਬਿਲਕੁਲ ਜੀ, ਇਹਦਾ ਕੋ ਰਿਲੇਸ਼ਨ ਹੈਗਾ, ਖਰਚਾ, ਮਹਿੰਗਾਈ ਜਿਹੜੀ ਹੈਗੀ ਉਹ ਵੱਧ ਰਹੀ ਹੈ, ਜੌਬਸ ਮਿਲ ਨਹੀਂ ਰਹੇ, ਤਾਂ ਉਸ ਨਾਲ ਮੈਂ ਸਮਝਣਾ ਕਿ ਬਹੁਤ ਜ਼ਿਆਦਾ ਨੁਕਸਾਨ ਸਾਨੂੰ ਹੋਰ ਵੇਖਣ ਨੂੰ ਮਿਲੇਗਾ, ਕਿਉਂਕਿ ਸਰਵਿਸ ਇੰਡਸਟਰੀ ਹੀ ਜਿਹੜੀ ਹੈਗੀ ਹੈ ਉਹਦੇ ਵਿੱਚ ਜ਼ਿਆਦਾ ਜੌਬਸ ਕ੍ਰੀਏਟ ਹੋ ਰਹੇ ਨੇ। ਕੋਈ ਇੰਡਸਟਰੀ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਹ ਇਸ ਸਮੇਂ ਫਲਰਿਸ਼ ਨਹੀਂ ਕਰ ਰਹੀ। ਬਹੁਤ ਸਾਰੀਆਂ ਇੰਡਸਟਰੀਜ਼ ਇੱਥੋਂ ਛੱਡ ਕੇ ਜਾਂ ਫੈਕਟਰੀਜ਼ ਬੰਦ ਹੋ ਕੇ ਅਮਰੀਕਾ ਨੂੰ ਜਾ ਰਹੀਆਂ ਨੇ ਜਾਂ ਆਊਟਸੋਰਸਿੰਗ ਹੋ ਰਹੀ ਹੈ ਕੰਮਾਂ ਦੀ। ਸੋ ਇਟ ਇਜ਼ ਅ ਲਿਟਲ ਡੇਂਜਰਸ ਟ੍ਰੈਂਡ, ਐਂਡ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪਾਲਿਸੀਜ਼ ਦੇ ਵਿੱਚ ਕੁਝ ਚੇਂਜਸ ਨਹੀਂ ਲਿਆਏ ਜਾਂਦੇ ਤਾਂ ਕੈਨੇਡਾ ਦੇ ਵਿੱਚ ਅਨਇੰਪਲੋਇਮੈਂਟ ਰੇਟ ਜਿਹੜਾ ਹੈਗਾ ਇਹ ਤਾਂ ਇਸ ਸਮੇਂ ਸਥਿਰ ਹੈਗਾ, ਬਟ ਇਹ ਵਧਣ ਦੇ ਵੀ ਅਸਾਰ ਹੈਗੇ ਨੇ। ਸੋ ਐਜ਼ ਕੰਪੇਅਰ ਟੂ ਜਨਵਰੀ ਐਂਡ ਫੈਬਰੂਰੀ ਬਹੁਤ ਜ਼ਿਆਦਾ ਅੰਤਰ ਹੈ, ਕੋਈ 1000, 2000, 5000 ਨੌਕਰੀਆਂ ਦਾ ਨਹੀਂ, ਬਲਕਿ ਤਕਰੀਬਨ ਲੱਖ ਤੋਂ ਵੱਧ ਜਿਹੜੀਆਂ ਨੇ ਜੌਬਸ ਉਹ ਲੂਜ਼ ਹੋਈਆਂ ਨੇ। ਸੋ ਇਸ ਦਾ ਮਤਲਬ ਹੈਗਾ ਕਿ ਨਵੇਂ ਜੌਬਸ ਕ੍ਰੀਏਟ ਨਹੀਂ ਹੋ ਰਹੇ ਅਤੇ ਜਿਹੜੇ ਐਗਜ਼ਿਸਟਿੰਗ ਹੈਗੇ ਨੇ ਉਹ ਵੀ ਛੱਡ ਕੇ ਜਾ ਰਹੇ ਨੇ। ਸੋ ਇਹਦੇ ਕਰਕੇ ਪੀਪਲ ਸ਼ੁੱਡ ਬੀ ਰੈਡੀ ਫੋਰ ਇਟ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲੇ-ਆਫਸ ਜਿਹੜੇ ਨੇ ਉਹ ਵੀ ਸਾਨੂੰ ਵੇਖਣ ਨੂੰ ਮਿਲ ਸਕਦੇ ਨੇ, ਜਿਹਦੇ ਨਾਲ ਕਿ ਲੋਕ ਆਲਰੇਡੀ ਜੋ ਕੰਮ ਕਰ ਰਹੇ ਨੇ ਆਪਣੇ ਕੰਮਾਂ ਤੋਂ ਹੱਥ ਧੋ ਬੈਠਣਗੇ। ਬਿਲਕੁਲ, ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਤੋਂ ਬਾਅਦ, ਇਸ ਰਿਪੋਰਟ ਦੇ ਮੀਡੀਆ ਵਿੱਚ ਆਉਣ ਤੋਂ ਬਾਅਦ ਲੋਕਾਂ ਨੂੰ ਹੋਰ ਜ਼ਿਆਦਾ ਸਹਿਮ ਹੋ ਗਿਆ ਆ ਕਿ ਅੱਗੇ ਜੌਬਸ ਜੇ ਨਹੀਂ ਹੋਣਗੀਆਂ ਤਾਂ ਅਸੀਂ ਕਿੱਦਾਂ ਆਪਣੇ ਖਰਚੇ ਚਲਾਵਾਂਗੇ। ਦੂਜੇ ਪਾਸੇ ਸਰਕਾਰ ਇਹ ਕਹੀ ਜਾਂਦੀ ਹੈ ਕਿ 5-6 ਮਹੀਨੇ ਹੋਰ ਨੇ ਜੀ, ਮਹਿੰਗਾਈ ਵੀ ਘਟ ਜਾਊਗੀ, ਇਨਫਲੇਸ਼ਨ ਵੀ ਘਟੂਗੀ, ਹਰੇਕ ਚੀਜ਼ ਤੇ ਰੋਕ ਪਾ ਲਾਂਗੇ। ਦੇਖਣਾ ਇਹ ਹੋਊਗਾ ਕਿ ਕਿੰਨੇ ਕੁ ਸਾਰਥਕ ਨੇ ਜੀ ਜਿੰਨੇ ਪ੍ਰੈਡਿਕਸ਼ਨਸ ਹੋ ਰਹੀਆਂ ਨੇ ਸਰਕਾਰ ਵੱਲੋਂ ਤੇ ਦਾਅਵੇਦਾਰੀਆਂ ਹੋ ਰਹੀਆਂ ਨੇ ਆਪੋਜੀਸ਼ਨ ਵੱਲੋਂ ਕਿ ਹੁਣ ਇਹ ਹੱਥੋਂ ਬਾਹਰ ਹੁੰਦੀ ਜਾ ਰਹੀ ਹੈ ਗੱਲ। ਦੇਖੋ, ਇੱਥੇ ਮੈਨੂੰ ਰਵਿੰਦਰ ਜੀ ਇੱਕ ਗਾਣਾ ਯਾਦ ਆ ਰਿਹਾ ਹੈ, ਕਸਮੇ ਵਾਦੇ ਪਿਆਰ ਮੁਹੱਬਤ ਬਾतें हैं बातों का क्या। ਸੋ ਸ਼ਾਇਦ ਇਸ ਸਮੇਂ ਸਰਕਾਰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਜਾਂ ਉਹਨਾਂ ਦਾ ਥੋੜ੍ਹਾ ਜਿਹਾ ਚੇਂਜ ਕਰਨ ਲਈ ਇੰਟਰਸਟ ਇਹ ਗੱਲਾਂ ਵੱਲ ਧਿਆਨ ਦੇ ਰਹੀ ਹੈ ਅਤੇ ਬੋਲ ਰਹੀ ਹੈ, ਪਰ ਹਕੀਕੀ ਤੌਰ ਦੇ ਉੱਤੇ ਆਮ ਜਨਤਾ ਨੂੰ ਅਜੇ ਤੱਕ ਕੋਈ ਰਾਹਤ ਮੈਨੂੰ ਨਹੀਂ ਨਜ਼ਰ ਆ ਰਹੀ ਕਿਸੇ ਨੂੰ ਮਿਲ ਰਹੀ ਹੋਵੇ। ਜੀ ਬਿਲਕੁਲ ਹਰਪ੍ਰੀਤ ਜੀ, ਜੇ ਇੱਕ ਲਾਈਟ ਮੂਡ ਦੀ ਗੱਲ ਹੋਰ ਮੈਂ ਤੁਹਾਨੂੰ ਦੱਸ ਦਿੰਦਾ, ਕੱਲ ਜਦੋਂ ਬੈਂਕ ਆਫ ਕੈਨੇਡਾ ਨੇ ਸਵੇਰੇ ਰੇਟ ਆਫ ਇੰਟਰਸਟ ਨਹੀਂ ਵਧਾਇਆ ਤਾਂ ਮੈਨੂੰ ਨਾਲ ਦੀ ਨਾਲ ਇੱਕ ਰੀਅਲ ਐਸਟੇਟ ਵਾਲੇ ਬੰਦੇ ਦਾ ਫੋਨ ਆਇਆ, ਕਹਿੰਦਾ ਬਾਈ ਜੀ, ਕਹਿੰਦਾ ਘਰ ਜਿਹੜੇ ਨੇ ਹੁਣ ਕਹਿੰਦਾ ਮਹਿੰਗੇ ਹੋ ਜਾਣਗੇ। ਮੈਂ ਕਿਹਾ ਵੀ ਮਹਿੰਗੇ ਕਿਉਂ ਹੋ ਜਾਣਗੇ ਉਹ ਜੀ? ਕਹਿੰਦਾ ਜੀ ਵਾਪਸ ਉਸੇ ਰੇਟ ਤੇ ਆ ਜਾਣਗੇ। ਮੈਂ ਕਿਹਾ ਵੀ ਰੀਜ਼ਨ ਕੀ ਹੈ? ਕਹਿੰਦਾ ਜੀ ਦੇਖੋ ਇੰਟਰਸਟ ਰੇਟ ਨਹੀਂ ਵਧਿਆ। ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਭਲਿਆ ਮਾਨਸਾ, ਤੂੰ ਇਹ ਦੱਸ ਕਿ ਜਿਹੜਾ ਇੰਨਾ ਇੰਟਰਸਟ ਰੇਟ 8-9 ਵਾਰੀ ਵਧਾ ਕੇ ਤੇ ਇੱਕ ਵਾਰੀ ਵਧਾਇਆ ਨਹੀਂ, ਤੁਸੀਂ ਉਸੇ 'ਚ ਖੁਸ਼ ਹੋਈ ਜਾਂਦੇ ਹੋ। ਸੋ ਲੋਕ ਜਾਂਦੇ ਨੇ ਜੀ ਜਲਦੀ, ਪਰ ਮੈਂ ਦੁਬਾਰਾ ਉਸੇ ਗੱਲ ਤੇ ਆਊਂਗਾ ਹਰਪ੍ਰੀਤ ਜੀ, ਜਦੋਂ ਵੀ ਲੋਕਾਂ ਨੂੰ ਅਸੀਂ ਗਾਈਡ ਕਰਨਾ ਸ਼ੁਰੂ ਕਰ ਦਈਏ ਕਿ ਵੋਟ ਮੰਗਣ ਜਦੋਂ ਵੀ ਕੋਈ ਆਉਂਦਾ ਆ ਕਿਸੇ ਪਾਰਟੀ ਦਾ ਬੰਦਾ, ਤਾਂ ਜ਼ਰੂਰ ਉਹਨੂੰ ਕੁਐਸਚਨ ਪੁੱਛਿਓ ਔਰ ਇਹ ਲਿਸਟ ਬਣਾਉਣੀ ਸ਼ੁਰੂ ਕਰ ਦਿਓ ਹੁਣੇ ਤੋਂ, ਤਾਂ ਕਿ ਅਗਲੇ ਨੂੰ ਜਿਹੜੇ ਝੂਠੇ ਵਾਅਦੇ ਨੇ ਉਹਨਾਂ ਦੇ ਵਿੱਚ ਅਸੀਂ ਬਹਿਕਾਏ ਨਾ ਜਾਈਏ। ਐਬਸੋਲੂਟਲੀ, ਇਹ ਬਹੁਤ ਜ਼ਰੂਰੀ ਹੈ ਰਵਿੰਦਰ ਜੀ, ਕਿਉਂਕਿ ਅਸੀਂ ਇਸ਼ੂਜ਼ ਨੂੰ ਭੁੱਲ ਜਾਂਦੇ ਹਾਂ ਜਦੋਂ ਵੋਟਾਂ ਦੀ ਗੱਲ ਆਉਂਦੀ ਹੈਗੀ ਹੈ। ਸੋ ਡੈਫੀਨੇਟਲੀ ਜਿਹੜਾ ਵੀ ਤੁਹਾਡਾ ਜਿਹੜੀ ਮਰਜ਼ੀ ਪੋਲੀਟੀਕਲ ਪਾਰਟੀ ਨਾਲ ਤੁਹਾਡੀ ਅਲਾਈਨਮੈਂਟ ਹੋਵੇ, ਲੇਕਿਨ ਤੁਸੀਂ ਆਪਣੇ ਰਿਪਰੈਜ਼ੈਂਟੇਟਿਵਸ ਨੂੰ ਅਕਾਊਂਟੇਬਲ ਬਣਾਓ। ਜਦ ਤੱਕ ਤੁਸੀਂ ਅਕਾਊਂਟੇਬਲ ਨਹੀਂ ਬਣਾਓਗੇ ਤਦ ਤੱਕ ਉਹ ਫॉर ਗ੍ਰਾਂਟਡ ਲੈਣਗੇ ਤੁਹਾਨੂੰ। ਸੋ ਜਿਹੜੇ ਮੁੱਦਿਆਂ ਤੋਂ ਤੁਸੀਂ ਪ੍ਰਭਾਵਿਤ ਹੋ, ਜਿਹਦੇ ਨਾਲ ਕਿ ਤੁਹਾਡੇ ਬੱਚੇ 'ਤੇ ਅਸਰ ਪੈ ਰਿਹਾ, ਤੁਹਾਡੇ 'ਤੇ ਅਸਰ ਪੈ ਰਿਹਾ ਹੈ, ਉਹ ਮੁੱਦਿਆਂ ਦੇ ਬਾਰੇ ਉਹਨਾਂ ਨੂੰ ਪੁੱਛੋ ਕਿ ਜੀ ਜਦੋਂ ਲੋੜ ਸੀ ਤੁਸੀਂ ਕਿੱਥੇ ਹੈਗੇ ਸੀ? ਵੋਟਾਂ ਲੈਣ ਸਮੇਂ ਤਾਂ ਤੁਸੀਂ ਨਜ਼ਰ ਆ ਗਏ। ਆਮ ਤੌਰ 'ਤੇ ਅਸੀਂ ਭਾਰਤ ਨੂੰ ਬਲੇਮ ਕਰਦੇ ਹਾਂ ਕਿ ਜਿੱਥੇ ਸਿਆਸਤਦਾਨ 5 ਸਾਲਾਂ ਬਾਅਦ ਨਜ਼ਰ ਆਉਂਦੇ ਨੇ, ਇੱਥੇ ਕਿਹੜਾ ਸਿਆਸਤਦਾਨ ਤੁਸੀਂ ਜਦੋਂ ਸਵਾਏ ਭੋਗ ਜਾਂ ਕੋਈ ਹੋਰ ਫੰਕਸ਼ਨ ਦੇ ਤੁਹਾਨੂੰ ਆਪਣੇ ਕਿੱਥੇ ਨਜ਼ਰ ਆਉਂਦੇ ਹੈਗੇ ਨੇ? ਕਿਉਂਕਿ ਉਹ ਵੀ ਕਹਿੰਦੇ ਨੇ ਜੀ ਸਾਨੂੰ ਪਤਾ ਹੈ ਅਸੀਂ ਲੋਕਾਂ ਨੂੰ ਇਹਨਾਂ ਚੀਜ਼ਾਂ 'ਚ ਹੀ ਫਸਾ ਕੇ ਆਪਣਾ ਕੰਮ ਸਾਰ ਲੈਂਦੇ ਹਾਂ। ਸੋ ਪਲੀਜ਼ ਮੇਕ ਯੋਰ ਰਿਪਰੈਜ਼ੈਂਟੇਟਿਵਸ ਅਕਾਊਂਟੇਬਲ ਕਿ ਬਈ ਉਹਨਾਂ ਨੇ ਤੁਹਾਡੇ ਵਾਸਤੇ ਖਲੋ ਕੇ ਪਾਰਲੀਮੈਂਟ ਵਿੱਚ ਜਾਂ ਲੈਜਿਸਲੇਚਰ ਵਿੱਚ ਜਾਂ ਮਿਊਨਿਸਪਲ ਹਾਲ ਦੇ ਵਿੱਚ ਕਦੀ ਕੋਈ ਆਵਾਜ਼ ਬੁਲੰਦ ਕੀਤੀ ਹੈ? ਤੁਸੀਂ ਤਾਂ ਸ਼ਿਕਾਰ ਹੋ ਰਹੇ ਹੋ ਇਨਫਲੇਸ਼ਨ ਦੇ, ਪਰ ਆਪਣੀਆਂ ਤਨਖਾਹਾਂ ਵਿੱਚ ਵਾਧਾ ਕਰ ਲੈਣਾ ਅਤੇ ਆਮ ਜਨਤਾ ਨੂੰ ਸਰੇਆਮ ਜੋ ਹੈ ਨਜ਼ਰਅੰਦਾਜ਼ ਕਰ ਦੇਣਾ, ਇਹ ਜਸਟੀਫਾਈਡ ਨਹੀਂ ਹੈਗਾ। ਅਤੇ ਇੱਕ ਵੈਸਟਰਨ ਡੈਮੋਕ੍ਰੇਸੀ ਦੇ ਵਿੱਚ ਤੁਹਾਡੇ ਕੋਲ ਪੂਰਾ ਅਧਿਕਾਰ ਹੈਗਾ ਕਿ ਤੁਸੀਂ ਆਪਣੇ ਰਿਪਰੈਜ਼ੈਂਟੇਟਿਵ ਨੂੰ ਅਕਾਊਂਟੇਬਲ ਬਣਾਓ। ਸੋ ਇਸ ਕਰਕੇ ਪਲੀਜ਼ ਬੀ ਅਵੇਅਰ ਐਂਡ ਐਬਸੋਲੂਟਲੀ ਬੀ ਓਪਨ, ਬਿਨਾਂ ਕਿਸੇ ਡਰ ਤੋਂ ਖੌਫ ਤੋਂ ਤੁਸੀਂ ਇਹਨਾਂ ਨੂੰ ਅਕਾਊਂਟੇਬਲ ਬਣਾਓ ਜੀ। ਅਤੇ ਇਹਦੇ ਨਾਲ ਹੀ ਹਰਪ੍ਰੀਤ ਜੀ ਅਸੀਂ ਭਾਰਤ ਦੀ ਗੱਲ ਛਿੜੀ ਹੈ, ਉੱਥੇ ਦੇ ਪੋਲੀਟੀਸ਼ੀਅਨਸ ਦੀ ਗੱਲ ਛਿੜੀ ਹੈ। ਇੱਕ ਉਹਨੂੰ ਅਸੀਂ ਪੋਲੀਟੀਸ਼ੀਅਨ ਵੀ ਕਹਿ ਸਕਦੇ ਹਾਂ, ਕਈ ਲੋਕ ਉਹਨੂੰ ਸਮਾਜ ਸੁਧਾਰਕ ਕਹਿੰਦੇ ਨੇ, ਅੰਮ੍ਰਿਤਪਾਲ ਸਿੰਘ ਹੋਣਾ ਨੂੰ। ਉਹਨਾਂ ਦੀ ਗੱਲ ਬੜੀ ਛਿੜੀ ਹੋਈ ਆ ਪੰਜਾਬ ਦੇ ਵਿੱਚ, ਪੂਰੇ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ, ਕਿਉਂਕਿ ਉਹ ਪ੍ਰੋ ਖਾਲਿਸਤਾਨੀ ਗੱਲਾਂ ਕਰਦੇ ਨੇ।
ਤੇ ਉਹਨਾਂ ਦਾ ਵੀ ਇੰਪੈਕਟ ਅਸੀਂ ਦੇਖਾਂਗੇ ਕਿ ਕੈਨੇਡਾ ਦੇ ਵਿੱਚ ਜਾਂ ਵਿਦੇਸ਼ਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੀਆਂ ਜੋ ਵੀ ਐਕਟੀਵਿਟੀਜ਼ ਨੇ ਉਹਨਾਂ ਦਾ ਕੀ ਪ੍ਰਭਾਵ ਪੈ ਰਿਹਾ ਆ। ਤੇ ਪਰ ਮੈਂ ਇਹਦੇ ਦੱਸਣਾ ਚਾਹੂੰਗਾ, ਇਹਦੇ 'ਚ ਅਪਡੇਟ ਇਹ ਹੈ ਜੀ, ਕਿਉਂਕਿ ਇੱਕ ਦਿਨ ਪਹਿਲਾਂ ਉਹਨਾਂ ਦੇ ਇੱਕ ਸਾਥੀ ਨੂੰ ਜਿਹੜਾ ਲੰਡਨ ਬੇਸ ਸੀਗਾ ਔਜਲਾ, ਉਹਨੂੰ ਵੀ 에ਅਰਪੋਰਟ ਤੋਂ ਰੋਕ ਲਿਆ ਗਿਆ ਤੇ ਚੰਗੀ ਪੁੱਛਗਿੱਛ ਕੀਤੀ ਗਈ। ਤੇ ਇਹ ਵੀ ਲੋਕ ਮੰਨ ਰਹੇ ਨੇ ਕਿ ਕਿਤੇ ਜੱਗੀ ਜੌਹਲ ਵਾਲਾ ਹਾਲ ਨਾ ਹੋਵੇ ਉਹਦਾ। ਜੀ ਸੋ ਅੰਮ੍ਰਿਤਪਾਲ ਸਿੰਘ ਜੀ ਦਾ ਜੀ ਜਿਹੜਾ ਸਡਨ ਰਾਈਜ਼ ਹੋਇਆ ਪੰਜਾਬ ਦੇ ਵਿੱਚ, ਇਸ ਉੱਤੇ ਬਹੁਤ ਸਾਰੇ ਲੋਕ ਹੈਰਾਨ ਹੈਗੇ ਨੇ, ਪਰੇਸ਼ਾਨ ਵੀ ਹੈਗੇ ਨੇ ਕਿ ਇੱਕ ਉਹ ਵਿਅਕਤੀ ਜਿਹੜਾ 5 ਮਹੀਨੇ ਤੱਕ ਸਿਰਫ ਪੰਜਾਬ ਵਿੱਚ ਰਹਿ ਰਿਹਾ ਹੋਏ ਤੇ ਉਹ ਇੰਨੀ ਉਸਨੂੰ ਫੇਮ ਮਿਲ ਜਾਏ ਕਿ ਜਿਹੜੇ ਟ੍ਰੈਡੀਸ਼ਨਲ ਲੀਡਰਸ਼ਿਪ ਜੋ ਪੰਜਾਬ ਦੀ ਉਸਨੂੰ ਬਿਲਕੁਲ ਸਾਈਡਲਾਈਨ ਕਰ ਦਿੱਤਾ ਜਾਏ। ਅਗੇਨ ਇਹ ਸਾਨੂੰ ਲੈ ਕੇ ਜਾਂਦਾ ਜੀ 80s ਦੇ ਸਮੇਂ ਦੇ ਵਿੱਚ, ਜਦੋਂ ਅਸੀਂ ਦੇਖਿਆ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਜਿਸ ਤਰੀਕੇ ਨਾਲ ਰਾਈਜ਼ ਹੋਇਆ ਸੀ, ਉਸੇ ਤਰੀਕੇ ਨਾਲ ਇਹਨਾਂ ਨੂੰ ਵੀ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿੱਥੋਂ ਤੱਕ ਤੇ ਅੰਮ੍ਰਿਤਪਾਲ ਸਿੰਘ ਜੀ ਦਾ ਇਹ ਵਿਚਾਰ ਹੈਗਾ ਜੀ ਕਿ ਜੀ ਮੈਂ ਨੌਜਵਾਨਾਂ ਨੂੰ ਡਰੱਗਸ ਤੋਂ ਬਾਹਰ ਕੱਢਣਾ, ਬਹੁਤ ਵਧੀਆ ਗੱਲ ਹੈ, ਹੋਣਾ ਚਾਹੀਦਾ ਹੈ, ਕਿਉਂਕਿ ਪੰਜਾਬ ਦੇ ਵਿੱਚ ਇਹ ਬੜੀ ਵੱਡੀ ਇੱਕ ਸਮੱਸਿਆ ਹੈਗੀ ਹੈ। ਪਰ ਦੂਸਰੇ ਪਾਸੇ ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਸਿਆਸੀ ਐਂਗਲ ਨੂੰ ਟੱਚ ਕਰਕੇ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ, ਤੇ ਖਾਸ ਤੌਰ ਦੇ ਉੱਤੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਹੈ, ਇਹ ਪੰਜਾਬ ਵਾਸਤੇ ਵੀ ਤੇ ਜਿਹੜੇ ਬਾਹਰ ਰਹਿੰਦੇ ਲੋਕ ਨੇ ਉਹਨਾਂ ਵਾਸਤੇ ਵੀ ਇੱਕ ਚਿੰਤਾ ਦਾ ਵਿਸ਼ਾ ਹੈਗਾ। ਖਾਲਿਸਤਾਨ ਦਾ ਮੁੱਦਾ ਜਿਹੜਾ ਹੈਗਾ, ਉਸ ਉੱਤੇ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਆਮ ਜਨਤਾ ਵੀ ਹੁਣ ਬਾਹਰ ਆ ਕੇ ਕਹਿ ਰਹੀ ਹੈ ਕਿ ਜੀ ਸਾਡੇ ਬੱਚੇ ਜਿਹੜੇ ਨੇ, ਇੱਥੇ ਸ਼ਾਂਤੀ ਹੈਗੀ ਹੈ, ਇਸ ਨੂੰ ਵਸਣ ਦਿਓ, ਇੱਥੇ ਸ਼ਾਂਤੀ ਜੋ ਲੋਕ ਦੇਖ ਰਹੇ ਨੇ, ਅਸੀਂ ਦੁਬਾਰਾ ਤੋਂ 80s ਦੇ ਪੀਰੀਅਡ ਵਿੱਚ ਨਹੀਂ ਜਾਣਾ ਚਾਹੁੰਦੇ ਜਿੱਥੇ ਇੰਨੀ ਕਤਲੋ ਗਾਰਤ ਹੋਈ ਹੈਗੀ ਸੀ। ਸੋ ਹਾਂ, ਹਰ ਇੱਕ ਨੂੰ ਅਧਿਕਾਰ ਹੈਗਾ ਕਿ ਉਹ ਆਪਣਾ ਐਕਸਪ੍ਰੈਸ ਕਰ ਸਕਦਾ ਹੈ ਵਿਊ, ਲੇਕਿਨ ਜਿਸ ਤਰੀਕੇ ਨਾਲ ਅੰਮ੍ਰਿਤਪਾਲ ਸਿੰਘ ਜੀ ਪ੍ਰੋਜੈਕਟ ਹੋ ਰਹੇ ਨੇ, ਸ਼ਾਇਦ ਹੀ ਕੋਈ ਐਸਾ ਮੀਡੀਆ ਹੋਏ ਜਿੱਥੇ ਉਹਨਾਂ ਦੇ ਬਾਰੇ ਚਰਚਾ ਨਹੀਂ ਹੋ ਰਹੀ। ਹੁਣ ਸਮਝ ਇਹ ਨਹੀਂ ਆਉਂਦੀ ਕਿ ਇੱਕ ਵਿਅਕਤੀ ਦੁਬਈ ਤੋਂ ਆਉਂਦਾ ਹੈ ਪੰਜਾਬ ਦੇ ਵਿੱਚ ਤੇ ਇੰਨੀ ਛੇਤੀ ਇੰਨੀ ਪ੍ਰੋਮੀਨੈਂਸ ਕਿਵੇਂ ਮਿਲ ਜਾਂਦੀ ਉਸ ਨੂੰ। ਉੱਥੇ ਹੋਰ ਵੀ ਲੋਕ ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਨੇ ਪੰਜਾਬ ਦੇ ਵਿੱਚ, ਉਹ ਹੈਗੇ ਨੇ, ਪਰ ਉਹਨਾਂ ਦੇ ਉੱਤੇ ਤਾਂ ਕਦੀ ਮੀਡੀਆ ਨੇ ਵੀ ਇੰਨੀ ਅਟੈਂਸ਼ਨ ਨਹੀਂ ਦਿੱਤੀ। ਸੋ ਇਹ ਤਾਰਾਂ ਕਿਤੇ ਹੋਰ ਜੋੜਦੀ ਏ। ਜੇਕਰ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਵੀ 80s ਦੇ ਵਿੱਚ ਜੋ ਕੁਝ ਹੋਇਆ ਸੀ, ਉਸ ਸਮੇਂ ਕੁਝ ਵਿਅਕਤੀਆਂ ਨੂੰ ਬੜਾ ਉਭਾਰਿਆ ਗਿਆ, ਬੜੀ ਉਹਨਾਂ ਨੂੰ ਪ੍ਰੋਮੀਨੈਂਸ ਦਿੱਤੀ ਗਈ। ਪਰ ਅੱਜ ਜ਼ਮਾਨਾ ਬਦਲ ਗਿਆ, ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈਗਾ, ਜਿੱਥੇ ਕਿ ਬੜੀ ਛੇਤੀ ਖਬਰ ਜਿਹੜੀ ਹੈ ਉਹ ਅੰਤਰਰਾਸ਼ਟਰੀ ਪੱਧਰ 'ਤੇ ਫੈਲ ਜਾਂਦੀ ਏ। ਪਹਿਲਾਂ ਕੁਝ ਚੈਨਲ ਸਨ ਜਿਨ੍ਹਾਂ ਦੇ ਰਾਹੀਂ ਇਹ ਖਬਰਾਂ ਬਾਹਰ ਪਹੁੰਚਦੀਆਂ ਸੀ, ਪਰ ਹੁਣ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਚੈਨਲਸ ਹੈਗੇ ਨੇ। ਸੋ ਕੋਈ ਵੀ ਗੱਲ ਜਿਹੜੀ ਹੈ ਉਹ ਲੁਕੀ ਛੁਪੀ ਨਹੀਂ ਰਹਿੰਦੀ ਅਤੇ ਉਹ ਬੜੀ ਛੇਤੀ ਬਾਹਰ ਆ ਜਾਂਦੀ ਹੈ। ਸੋ ਜਿਸ ਤਰੀਕੇ ਨਾਲ ਅੰਮ੍ਰਿਤਪਾਲ ਸਿੰਘ ਨੂੰ ਉਭਾਰਿਆ ਜਾ ਰਿਹਾ, ਉਸ ਉੱਤੇ ਕਿੰਤੂ ਪਰੰਤੂ ਕੀਤਾ ਜਾ ਰਿਹਾ। ਜਿਹੜੇ ਲੋਕ ਸੋਚਦੇ ਨੇ, ਸਮਝਦੇ ਨੇ ਕਿ ਬਈ ਪੰਜਾਬ ਦੇ ਵਿੱਚ ਇਹ ਕਿਉਂ ਇਹੋ ਜਿਹੀ ਇੱਕ ਮੂਵਮੈਂਟ ਨੂੰ ਦੁਬਾਰਾ ਕਾਇਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਨੋ ਡਾਊਟ ਉਹਨਾਂ ਦੀ ਸਪੋਰਟ ਹੈਗੀ ਹੈ। ਕੈਨੇਡਾ, ਅਮਰੀਕਾ ਦੇ ਵਿੱਚ, UK ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਕੁਝ ਐਸਾ ਵਰਗ ਹੈਗਾ ਸਿੱਖਾਂ ਦੇ ਵਿੱਚ ਜਿਹੜਾ ਇਸ ਪ੍ਰਤੀ ਇੱਕ ਸੋਚ ਰੱਖਦਾ ਹੈ। ਲੇਕਿਨ ਜਦੋਂ ਓਵਰਆਲ ਅਸੀਂ ਦੇਖਦੇ ਹਾਂ, ਅੰਮ੍ਰਿਤਪਾਲ ਸਿੰਘ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਜਿਸ ਤਰੀਕੇ ਨਾਲ ਉਹ ਉੱਭਰ ਕੇ ਅੱਗੇ ਆ ਰਹੇ ਨੇ, ਆਮ ਬੰਦਾ ਕੋਈ ਜਾਂ ਕੋਈ ਲੀਡਰ ਜਾ ਕੇ ਪੰਜਾਬ ਵਿੱਚ ਇੰਨੀ ਛੇਤੀ ਇਸਟੈਬਲਿਸ਼ ਹੋ ਜਾਏ, ਇਹ ਬੜੀ ਤੁਹਾਨੂੰ ਸੋਚਣ ਲਈ ਮਜਬੂਰ ਕਰਦਾ ਹੈ ਕਿ ਇਸ ਪਿੱਛੇ ਕਿਹੜੀਆਂ ਤਾਕਤਾਂ ਹੋ ਸਕਦੀਆਂ ਨੇ ਅਤੇ ਕੌਣ ਇੰਨੀ ਛੇਤੀ ਉਹਨਾਂ ਨੂੰ ਇੰਨਾ ਇਸ ਲੈਵਲ 'ਤੇ ਲੈ ਕੇ ਆਏ ਜਿੱਥੇ ਇੰਟਰਨੈਸ਼ਨਲ ਇੱਕ ਫਿਗਰ ਬਣ ਚੁੱਕੇ ਨੇ ਉਹ। ਐਂਡ ਅਗੇਨ ਇਹਦੇ ਵਿੱਚ ਟ੍ਰੈਡੀਸ਼ਨਲ ਅਕਾਲੀ ਲੀਡਰਸ਼ਿਪ ਹੋਵੇ ਜਾਂ ਕਾਂਗਰਸੀ ਹੋਣ ਜਾਂ ਆਮ ਆਦਮੀ ਪਾਰਟੀ ਹੈਗੀ ਹੈ ਜਾਂ ਈਵਨ ਸਿੱਖਾਂ ਦੇ ਵਿੱਚ ਜਿਹੜੇ ਸਾਡੇ ਥਿੰਕ ਟੈਂਕਸ ਹੈਗੇ ਨੇ, ਉਹ ਵੀ ਇਸ ਉੱਤੇ ਕਹਿ ਰਹੇ ਨੇ ਕਿ ਕਿਸ ਤਰ੍ਹਾਂ ਇੰਨੀ ਛੇਤੀ ਇਹ ਸਭ ਕੁਝ ਹੋਇਆ। ਬਟ ਜਿਹੜੀ ਉਹਨਾਂ ਦੀ ਫੋਲੋਇੰਗ ਹੈਗੀ ਹੈ ਉਹ ਅਸੀਂ ਦੇਖ ਹੀ ਲਈ। ਅਜਨਾਲਾ ਦੇ ਵਿੱਚ ਜੋ ਇੰਸੀਡੈਂਟ ਹੋਇਆ ਸੀ, ਉਸ ਤੋਂ ਬਾਅਦ ਥੋੜ੍ਹਾ ਜਿਹਾ ਚੁੱਪ ਬੈਠੇ ਨੇ, ਲੇਕਿਨ ਅਜੇ ਵੀ ਚੇਤਾਵਨੀਆਂ ਦਿਨ ਬ ਦਿਨ ਜੋ ਮਿਲ ਰਹੀਆਂ ਨੇ। ਅਤੇ ਇੱਥੇ ਬੈਠੇ ਵੀ ਜਿਹੜੇ ਕੁਝ ਲੋਕ ਹੈਗੇ ਨੇ, ਉਹ ਉਹਨਾਂ ਦੇ ਜੋ ਉਹਨਾਂ ਦੀ ਸੋਚ ਹੈ ਉਸ 'ਤੇ ਪਹਿਰਾ ਦੇ ਰਹੇ ਨੇ ਅਤੇ ਇਸ ਗੱਲ ਨੂੰ ਉਭਾਰਨ ਦੀ ਕੋਸ਼ਿਸ਼ ਕਰ ਰਹੇ। ਜੀ ਬਿਲਕੁਲ ਹਰਪ੍ਰੀਤ ਜੀ, ਮੈਂ ਇਹਦੇ 'ਚ ਇਹ ਦੱਸਣਾ ਚਾਹੂੰਗਾ ਕਿ ਉਹ ਚੁੱਪ ਨਹੀਂ ਬੈਠੇ। ਰਾਜਾ ਵੜਿੰਗ ਨੇ ਜਦੋਂ ਅੰਮ੍ਰਿਤਪਾਲ ਸਿੰਘ ਹੁਣਾਂ ਦੇ ਖਿਲਾਫ ਕੁਝ ਬੋਲਿਆ, ਉਹ ਟੀ-ਸ਼ਰਟਸ ਪਾ ਕੇ ਗਏ ਵਿਧਾਨ ਸਭਾ ਦੇ ਵਿੱਚ, ਜਿਹਦੇ 'ਤੇ ਪਿਕਚਰਸ ਲੱਗੀਆਂ ਹੋਈਆਂ ਸੀ ਅਜਨਾਲਾ ਇੰਸੀਡੈਂਟ ਦੀਆਂ, ਨਿਊਜ਼ ਦੀਆਂ। ਤਾਂ ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਹੁਣੀ ਗਿੱਦੜਬਾਹੇ ਯਾਨੀ ਕਿ ਰਾਜਾ ਵੜਿੰਗ ਦੇ ਹਲਕੇ ਦੇ ਵਿੱਚ ਜਾ ਕੇ ਭਾਸ਼ਣ ਦੇ ਕੇ ਆਏ ਨੇ ਹੋਲੇ ਮਹੱਲੇ ਤੇ। ਕਹਿੰਦੇ ਭਾਈ ਮੈਂ ਮਰਨ ਤੋਂ ਨਹੀਂ ਡਰਦਾ, ਸੋ ਕੁਝ ਤਾਕਤਾਂ ਨੇ ਜਿਹੜੀਆਂ ਮੈਨੂੰ ਚੁੱਪ ਕਰਾਉਣੀਆਂ ਚਾਹੁੰਦੀਆਂ ਨੇ। ਸੋ ਉਹਨਾਂ ਨੇ ਕਾਫੀ ਬਿਆਨਬਾਜ਼ੀ ਕੀਤੀ ਰਾਜਾ ਵੜਿੰਗ ਦੇ ਖਿਲਾਫ ਵੀ। ਅਤੇ ਉਸ ਤੋਂ ਇਲਾਵਾ ਉਹਨਾਂ ਦੇ ਸਾਥੀ ਨੂੰ ਜਿਸ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ ਆ, ਉਹਨੂੰ ਪੁੱਛਗਿੱਛ ਕੀਤੀ ਗਈ ਆ, ਸੌਰੀ। ਅਤੇ ਨਾਲ ਹੀ ਜਿਹੜੇ ਉਹਨਾਂ ਦੇ ਸਾਥੀ ਸੀ, 8-9 ਸਾਥੀ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਸੀ, ਉਹਨਾਂ ਦੇ ਲਾਇਸੈਂਸ ਦੀ ਪੜਤਾਲ ਕੀਤੀ ਜਾ ਰਹੀ ਹੈ, ਕੁਝ ਕੈਂਸਲ ਕੀਤੇ ਗਏ ਨੇ। ਸੋ ਇਹ ਸਾਰੀ ਗੱਲ ਇਸ ਗੱਲ ਵੱਲ ਸੰਕੇਤ ਕਰਦੀ ਹੈ ਕਿ ਪਹਿਲਾਂ ਇੱਕੋ ਦਮ, ਜਿੱਦਾਂ ਤੁਸੀਂ ਦੱਸਿਆ, ਕਿਉਂਕਿ ਭਾਈ ਅੰਮ੍ਰਿਤਪਾਲ 2019 ਤੋਂ ਸੋਸ਼ਲ ਮੀਡੀਆ ਤੇ ਐਕਟਿਵ ਹੋਏ, ਪ੍ਰੋ ਖਾਲਿਸਤਾਨੀ
ਪ੍ਰੋਪੇਗੈਂਡਾ ਕਰਨਾ ਸ਼ੁਰੂ ਕੀਤਾ ਉਹਨਾਂ ਨੇ। ਉਸ ਤੋਂ ਬਾਅਦ ਦੀਪ ਸਿੱਧੂ ਜਦੋਂ ਚਲਿਆ ਜਾਂਦਾ ਇਸ ਦੁਨੀਆ ਤੋਂ, ਉਸ ਤੋਂ ਇੱਕਦਮ ਬਾਅਦ ਅੰਮ੍ਰਿਤਪਾਲ ਸਿੰਘ ਹੁਣੀ ਉੱਠਦੇ ਨੇ ਔਰ ਉਹ ਕਹਿੰਦੇ ਨੇ ਜੀ ਵਾਰਿਸ ਪੰਜਾਬ ਦੇ ਉਹਦਾ ਮੈਂ ਕਰਤਾ ਹੈਗਾ ਹੈ ਤੇ ਮੈਂ ਸਾਂਭ ਲਊਂਗਾ। ਠੀਕ ਹੈ, ਪਰ ਇੱਕ ਸਵਾਲ ਬੜਾ ਵੱਡਾ ਉੱਠਦਾ ਕਿ ਉਹਨਾਂ ਦਿਨਾਂ ਦੇ ਵਿੱਚ ਹੀ ਪੰਜਾਬ ਸਰਕਾਰ ਨੇ ਬੈਨ ਲਗਾਇਆ ਸੀ ਕਿ ਗਾਣਿਆਂ ਦੇ ਵਿੱਚ ਜਾਂ ਹੋਰ ਚੀਜ਼ਾਂ ਦੇ ਵਿੱਚ। ਹੁਣ ਕੱਲ ਵੀ ਇੱਕ ਹੈਪੀ ਰਾਏਕੋਟੀਆਈ ਸਿੰਗਰ, ਉਹਦੇ ਤੇ ਵੀ ਪਰਚਾ ਦਰਜ ਕੀਤਾ ਗਨ ਕਲਚਰ ਨੂੰ ਪ੍ਰਮੋਟ ਕਰਨ ਲਈ। ਉਦੋਂ ਅੰਮ੍ਰਿਤਪਾਲ ਸਿੰਘ ਹੋਣੀ ਸ਼ਰੇਆਮ ਸੋਸ਼ਲ ਮੀਡੀਆ ਤੇ ਹਥਿਆਰ ਲੈ ਕੇ ਜਾਂਦੇ ਸੀਗੇ, ਦਿਖਾਉਂਦੇ ਸੀ ਭਈਆ ਮੇਰੇ ਨਾਲ ਨੇ। ਉਹਨਾਂ ਤੇ ਉਦੋਂ ਕੋਈ ਪਰਚਾ ਨਹੀਂ ਕੀਤਾ ਗਿਆ, ਪਰ ਇੱਕਦਮ ਬਾਅਦ ਹੁਣ ਹਰ ਚੀਜ਼ ਨੂੰ ਰੋਕਿਆ ਜਾ ਰਿਹਾ ਆ। ਕਿਉਂ ਉਹਨੂੰ ਵਧਣ ਦਿੱਤਾ ਗਿਆ 5 ਮਹੀਨੇ, ਕਿਉਂ ਫੁੱਲਣ ਦਿੱਤਾ ਗਿਆ? ਇਹਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ ਜਿਸ ਤਰ੍ਹਾਂ ਤੁਸੀਂ ਦੱਸਿਆ ਆ। ਪਰ G20 ਸਮਿਟ ਚੱਲ ਰਿਹਾ ਜੀ ਅੰਮ੍ਰਿਤਸਰ ਦੇ ਵਿੱਚ। ਅੱਜ ਕੁਝ ਅਖਬਾਰਾਂ ਨੇ ਇਹ ਵੀ ਲਿਖਿਆ ਹੈ ਕਿ G20 ਸਮਿਟ ਤੋਂ ਬਾਅਦ ਸ਼ਾਇਦ ਪੰਜਾਬ ਸਰਕਾਰ ਹੋਰ ਸਖਤ ਹੋ ਜਾਵੇ। ਜੀ ਜੀ ਬਿਲਕੁਲ ਹੋ ਸਕਦਾ ਜੀ। ਇਸ ਉੱਤੇ ਅਜੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਵੀ ਸਵਾਲ ਖੜੇ ਹੋ ਰਹੇ ਨੇ ਇਸ ਬਾਰੇ ਕਿ ਕਿਉਂ ਪੰਜਾਬ ਦੇ ਵਿੱਚ ਇਹ ਸਭ ਕੁਝ ਕੀਤਾ ਜਾਣ ਦੇ ਰਿਹਾ ਹੈ। ਤੇ ਦੂਸਰੇ ਪਾਸੇ ਇਹ ਬੀਜੇਪੀ ਦੇ ਉੱਤੇ ਵੀ ਕੁਝ ਦੋਸ਼ ਲੱਗ ਰਹੇ ਨੇ ਕਿ ਜੀ ਉਹ ਪ੍ਰੌਪ ਅਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਕੁਝ ਦਿਨ ਪਹਿਲਾਂ ਇੱਕ ਹੋਰ ਬੜੀ ਗੱਲ ਵਾਇਰਲ ਹੋਈ ਜਿਹਦੇ 'ਚ ਕਿ ਜਿਹੜੀ ਮਰਸੀਡੀਜ਼ ਦੇ ਵਿੱਚ ਘੁੰਮਦੇ ਹੈਗੇ ਨੇ, ਉਹਦੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਸੀ ਜੀ, ਉਸ ਨੂੰ ਜਦੋਂ ਚੈੱਕ ਕੀਤਾ ਗਿਆ ਤਾਂ ਉਹ ਕੋਈ ਬੀਜੇਪੀ ਦੇ ਕੋਈ ਨੇਤਾ ਹੈਗੇ ਨੇ ਉਹਦੇ ਨਾਲ ਜੁੜਦੀ ਹੈਗੀ ਸੀ ਗੱਲਬਾਤ। ਉਸ ਤੋਂ ਬਾਅਦ ਉਸ ਦੇ ਉੱਤੇ ਵੀ ਵੱਖਰੇ ਵੱਖਰੇ ਬਿਆਨ ਆਏ। ਸੋ ਅਗੇਨ ਸੋਸ਼ਲ ਮੀਡੀਆ ਦੇ ਉੱਤੇ ਜੀ ਕਈ ਗੱਲਾਂ ਐਸੀਆਂ ਆ ਜਾਂਦੀਆਂ ਨੇ ਜਿਹਨਾਂ ਨੂੰ ਕਿ ਵੈਰੀਫਾਈ ਨਹੀਂ ਕੀਤਾ ਜਾ ਸਕਦਾ, ਪਰ ਇਹ ਕਾਫੀ ਚੀਜ਼ਾਂ ਉੱਭਰ ਰਹੀਆਂ ਨੇ। ਬਟ ਡੈਫੀਨੇਟਲੀ ਰਵਿੰਦਰ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਕੋਈ ਵੀ ਵਿਅਕਤੀ 5 ਮਹੀਨਿਆਂ ਦੇ ਵਿੱਚ ਇਸ ਲੈਵਲ 'ਤੇ ਕਿਸ ਤਰ੍ਹਾਂ ਪਹੁੰਚ ਜਾਂਦਾ ਹੈ। ਇਸ ਉੱਤੇ ਤੁਸੀਂ ਆਪ ਹੀ ਅਨੁਮਾਨ ਲਾ ਸਕਦੇ ਹੋ ਕਿ ਕੀ ਇਸ ਦੇ ਪਿੱਛੇ ਕਾਰਨ ਹੋ ਸਕਦਾ ਹੈ। ਪੰਜਾਬ ਦੇ ਲੋਕਾਂ ਨਾਲ ਜਦੋਂ ਤੁਸੀਂ ਗੱਲ ਕਰਦੇ ਹੋ ਤਾਂ ਹਰ ਇੱਕ ਕੋਈ ਈਵਨ ਜਿਹੜੇ ਕੁਝ ਪਰਿਵਾਰ ਹੈਗੇ ਨੇ ਜਿਨ੍ਹਾਂ ਨੇ ਕਿ ਸਫ਼ਰ ਕੀਤਾ ਸੀ 80s ਦੇ ਵਿੱਚ, ਉਹਨਾਂ ਨੇ ਵੀ ਆ ਕੇ ਕਿਹਾ ਕਿ ਜੀ ਸਾਡੇ ਬੱਚਿਆਂ ਨੂੰ ਬਖਸ਼ ਦਿਓ, ਅਸੀਂ ਦੁਬਾਰਾ ਤੋਂ ਉਸ ਪੀਰੀਅਡ ਵਿੱਚ ਨਹੀਂ ਜਾਣਾ ਚਾਹੁੰਦੇ ਜਿੱਥੇ ਕਤਲੋ ਗਾਰਤ ਹੋਈ ਹੈਗੀ ਸੀ। ਸੋ ਇਸ ਉੱਤੇ ਬੜਾ ਇਹ ਸੰਜੀਦਾ ਮੁੱਦਾ ਹੈਗਾ ਅਤੇ ਸਾਰੇ ਸਿੱਖਾਂ ਨੂੰ, ਸਾਰੇ ਪੰਜਾਬੀਆਂ ਨੂੰ ਸੋਚਣਾ ਪਏਗਾ ਅਤੇ ਬਹੁਤ ਸਮਝ ਕੇ ਕੋਈ ਵੀ ਸਟੈਪ ਜਿਹੜਾ ਲੈਣਾ ਪਏਗਾ ਕਿ ਕੋਈ ਐਸਾ ਸਟੈਪ ਨਾ ਲਿਆ ਜਾਏ ਜਿਸ ਨਾਲ ਕਿ ਪੰਜਾਬੀਅਤ ਨੂੰ ਨੁਕਸਾਨ ਹੋਵੇ। ਬਿਲਕੁਲ ਹਰਪ੍ਰੀਤ ਜੀ, ਬੜੀ ਇੱਕ ਹੋਰ ਇੰਟਰਸਟਿੰਗ ਫੈਕਟ ਮੈਂ ਦੱਸ ਦਿੰਦਾ। ਪਹਿਲਾਂ ਤਾਂ ਮਰਸੀਡੀਜ਼ ਵਾਲਾ ਜਿਹੜਾ ਕਿੱਸਾ ਆ ਉਹਦੇ ਵਿੱਚ ਤਰਨਤਾਰਨ ਦੇ ਇੱਕ ਵਸਨੀਕ ਨੇ ਜੀ, ਉਹਨਾਂ ਦੇ ਨਾਮ ਉਹ ਮਰਸੀਡੀਜ਼ ਹੋ ਗਈ ਸੀ। 2-3 ਥਾਂ ਤੇ ਸੇਲ ਹੋਈ ਤੇ ਉਹਨਾਂ ਨੇ ਦਿੱਲੀ ਤੋਂ ਖਰੀਦੀ ਸੀਗੀ। ਪਹਿਲਾਂ ਉਹ ਗੁੜਗਾਉਂ ਦੇ ਜਾਂ ਦਿੱਲੀ ਦੇ ਕਿਸੇ ਬੰਦੇ ਕੋਲੇ ਸੀਗੀ। ਉਸ ਤੋਂ ਬਾਅਦ ਉਹਨਾਂ ਨੇ ਬਿਆਨ ਇਹ ਦਿੱਤਾ, ਜਿਹੜੇ ਤਰਨਤਾਰਨ ਵਾਲੇ ਸ਼ਖਸ ਸੀ, ਕਹਿੰਦੇ ਜੀ ਇਹ ਮੈਂ ਕੌਮ ਦੀ ਸੇਵਾ 'ਚ ਲਾਈ ਹੋਈ ਹੈ ਮਰਸੀਡੀਜ਼। ਮੇਰੇ ਭਰਾ ਨੇ ਨਿਊ ਜਰਸੀ ਤੋਂ ਆਉਣਾ ਸੀਗਾ ਤੇ ਮੈਂ ਉਹਦੇ ਕਰਕੇ ਇਹ ਮਰਸੀਡੀਜ਼ 60 ਲੱਖ ਦੀ ਖਰੀਦੀ ਸੀਗੀ। ਤੇ ਨਾਲ ਹੀ ਇਹਦੇ 'ਚ ਇੱਕ ਹੋਰ ਬੜੀ ਕਮਾਲ ਦੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੂੰਗਾ ਦਰਸ਼ਕੋ। ਇਕਬਾਲ ਸਿੰਘ ਲਾਲਪੁਰਾ ਜਿਹੜੇ ਇਸ ਵੇਲੇ ਬੀਜੇਪੀ ਦੇ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਨੇ ਜੀ ਸੈਂਟਰ ਦੇ ਵਿੱਚ, ਉਹ ਸ਼ਖਸ ਨੇ, ਉਹਨਾਂ ਨੇ ਪਿੱਛੇ ਜੀ ਬੀਜੇਪੀ ਜੁਆਇਨ ਕੀਤੀ ਹੈ 2-3 ਸਾਲ ਪਹਿਲਾਂ। ਉਹ ਸ਼ਖਸ ਨੇ ਜੀ ਜਿਹੜੇ ਪੰਜਾਬ ਦੇ ਵਿੱਚ SSP ਵੀ ਰਹੇ ਨੇ, ਇੰਸਪੈਕਟਰ ਤੋਂ ਲੈ ਕੇ SSP ਤੱਕ ਦਾ ਸਫ਼ਰ ਤੈਅ ਕੀਤਾ ਤੇ ਉਹ ਵੱਡੇ ਅਫਸਰ ਰਿਟਾਇਰ ਹੋਏ ਸੀਗੇ। ਤੇ ਉਹ ਸ਼ਖਸ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਅਰੈਸਟ ਕੀਤਾ ਸੀਗਾ ਜਦੋਂ ਉਹ 1981 ਦੇ ਵਿੱਚ, ਜੇ ਮੈਂ ਗਲਤ ਨਾ ਹੋਵਾਂ, ਉਹ ਇੰਸਪੈਕਟਰ ਹੁੰਦੇ ਸੀਗੇ ਜੀ। ਤੇ ਅੱਜ ਉਹ ਲੋਕ ਸੈਂਟਰ ਦੇ ਵਿੱਚ ਬੈਠੇ ਨੇ। ਸੈਂਟਰ ਗਵਰਨਮੈਂਟ ਨਾਲ ਉਹਨਾਂ ਦੀ ਅਸੀਂ ਕਹਿ ਸਕਦੇ ਹਾਂ ਕਿ ਪੂਰੀ ਗੱਲ ਹੁੰਦੀ ਹੈ ਕਿਉਂਕਿ ਮਾਈਨੋਰਿਟੀ ਕਮਿਸ਼ਨ ਦੇ ਚੇਅਰਮੈਨ ਨੇ। ਸੋ ਪਾਲਿਸੀਜ਼ ਕਿੱਥੋਂ ਬਣ ਰਹੀਆਂ ਨੇ, ਅੱਗੇ ਆਮ ਆਦਮੀ ਪਾਰਟੀ ਆ ਜਾਂਦੀ ਹੈ ਪੰਜਾਬ ਦੇ ਵਿੱਚ, ਕਿੱਥੇ ਤੱਕ ਲਾਗੂ ਹੋ ਰਹੀਆਂ ਨੇ, ਉਹਦੇ ਬਾਰੇ ਲੋਕ ਜ਼ਰੂਰ ਸੋਚਣ ਤੇ ਬੜੀ ਸੰਜੀਦਗੀ ਨਾਲ, ਜਿੱਦਾਂ ਹਰਪ੍ਰੀਤ ਜੀ ਨੇ ਕਿਹਾ, ਉਸ ਸੰਜੀਦਗੀ ਦੇ ਨਾਲ। ਔਰ ਪਲੀਜ਼ ਜੀ ਬਿਲਕੁਲ। ਇਹ ਅਗੇਨ 80s ਦਾ ਪੀਰੀਅਡ ਜਦੋਂ ਅਕਾਲੀ ਦਲ ਹੁੰਦਾ ਸੀ ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਰੂਲ ਲੱਗਿਆ ਸੀ ਪੰਜਾਬ ਦੇ ਵਿੱਚ। ਇਸ ਬਾਰੇ ਵੀ ਗੱਲਾਂ ਚੱਲ ਰਹੀਆਂ ਨੇ ਕਿ ਕਿਤੇ ਪੰਜਾਬ ਨੂੰ ਦੁਬਾਰਾ ਤੋਂ ਤਾਂ ਨਹੀਂ ਪ੍ਰੈਜ਼ੀਡੈਂਟ ਰੂਲ ਵਾਲੇ ਪਾਸੇ ਧੱਕਿਆ ਜਾ ਰਿਹਾ, ਕੁਝ ਵਿਅਕਤੀਆਂ ਨੂੰ ਇੱਥੇ ਲਿਆ ਕੇ ਜਾਂ ਕੁਝ ਐਸੀ ਸੌੜੀ ਸੋਚ ਨੂੰ ਅੱਗੇ ਲਿਆ ਕੇ ਜਿਹਦੇ ਨਾਲ ਕਿ ਪੰਜਾਬੀਆਂ ਦੇ ਵਿੱਚ ਪਾੜ ਵਧਾਇਆ ਜਾਵੇ। ਸੋ ਇਹ ਚੀਜ਼ਾਂ ਜਿਹੜੀਆਂ ਨੇ ਬੜੇ ਇੱਕ ਉੱਚ ਲੈਵਲ ਦੇ ਉੱਤੇ ਸ਼ਾਇਦ ਪਲਾਨ ਹੋ ਰਹੀਆਂ ਹੋਣਗੀਆਂ ਜਾਂ ਕੰਮ ਕੀਤਾ ਜਾ ਰਿਹਾ। ਸੋ ਇਸ ਵਾਸਤੇ ਨਾਰਮਲ ਜਿਹੜਾ ਵਿਅਕਤੀ ਹੈਗਾ ਉਸ ਨੂੰ ਬਹੁਤ ਧਿਆਨ ਨਾਲ ਸੋਚ ਵਿਚਾਰ ਕੇ ਜੋ ਹੈ ਇਹ ਸੋਚਣਾ ਪਏਗਾ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਉਹ ਚਾਹੁੰਦੇ ਹੈਗੇ ਨੇ ਤੇ ਕਿਤੇ ਇਹ ਨਾ ਹੋਏ ਕਿ ਮੁੜ ਤੋਂ 80s ਦਾ ਪੀਰੀਅਡ ਦੁਬਾਰਾ ਸ਼ੁਰੂ ਹੋ ਜਾਏ ਜਿਸ ਨਾਲ ਕਿ ਸਾਰੇ ਪੰਜਾਬੀਆਂ ਨੂੰ ਉਸ ਦਾ ਨੁਕਸਾਨ ਹੋਵੇ। ਕਿਉਂਕਿ
ਸਿੱਖ ਸਿਰਫ ਇਕੱਲੇ ਪੰਜਾਬ 'ਚ ਨਹੀਂ ਰਹਿੰਦੇ, ਦੁਨੀਆ ਭਰ ਦੇ ਵਿੱਚ ਵਸੇ ਹੋਏ ਨੇ, ਭਾਰਤ ਵਿੱਚ ਵੀ ਵਸੇ ਹੋਏ ਨੇ। ਅਤੇ ਤੁਹਾਨੂੰ ਤੁਸੀਂ ਦੇਖਿਆ ਹੀ ਹੈ ਕਿਸ ਤਰੀਕੇ ਨਾਲ ਮੀਡੀਆ ਦੇ ਵਿੱਚ ਬਾਰ-ਬਾਰ ਇਹ ਗੱਲ ਲੋਕਾਂ ਦੇ ਮੂੰਹ 'ਚ ਪਾਈ ਜਾ ਰਹੀ ਹੈ ਕਿ ਜੀ ਖਾਲਿਸਤਾਨ ਦੇ ਉੱਤੇ ਦੁਬਾਰਾ ਤੋਂ ਪੰਜਾਬ ਦੇ ਵਿੱਚ ਰਿਵਾਈਵਲ ਹੋ ਗਿਆ ਹੈ, ਕਿਸ ਤਰ੍ਹਾਂ ਟੈਰਰਿਜ਼ਮ ਪੰਜਾਬ 'ਚ ਆ ਰਹੀ ਹੈ। ਪਰ ਆਮ ਬੰਦਾ ਜਦੋਂ ਦੇਖਦਾ ਹੈ ਜਾਂ ਜਿਹੜਾ ਰਹਿੰਦਾ ਪੰਜਾਬ ਵਿੱਚ, ਉਹਨੂੰ ਨਜ਼ਰ ਨਹੀਂ ਆ ਰਹੀ ਕਿ ਕਿਹੜੀ ਟੈਰਰਿਜ਼ਮ ਆ ਰਹੀ ਹੈਗੀ ਹੈ। And these are very serious matters which need to be looked into, and seriously one has to be very very effective in what you want to say or what is actually happening over there. So ਇਹ ਚੀਜ਼ਾਂ ਵੱਲ ਜ਼ਰੂਰ ਧਿਆਨ ਦਿੱਤਾ ਜਾਏ, ਬਹੁਤ ਧਿਆਨ ਨਾਲ, ਬਹੁਤ ਠਰੰਮੇ ਨਾਲ ਸੋਚ ਵਿਚਾਰ ਕੇ ਜਿਹੜਾ ਹੈਗਾ ਇਹਦੇ ਉੱਤੇ ਪੰਜਾਬੀਆਂ ਨੂੰ ਸੋਚਣਾ ਪਏਗਾ ਕਿ ਕਿਸ ਪਾਸੇ ਨੂੰ ਪੰਜਾਬ ਜਾ ਰਿਹਾ। ਪੰਜਾਬੀਆਂ ਨੂੰ ਤੇ ਖਾਸ ਕਰਕੇ NRIs ਨੂੰ ਵੀ ਜੀ। ਤੇ ਹਰਪ੍ਰੀਤ ਜੀ, ਹੁਣ ਅਸੀਂ ਚੱਲਦੇ ਹਾਂ ਚਾਈਨਾ ਦੀ ਖਬਰ। ਚਾਈਨਾ ਤੇ ਕੈਨੇਡਾ ਦੇ ਰਿਲੇਸ਼ਨ ਪੋਲੀਟੀਕਲੀ ਬੜੇ ਸਟਰੋਂਗ ਸੀ, ਬਹੁਤ ਚਾਈਨੀਜ਼ ਇੱਥੇ ਆ ਕੇ ਵਸੇ ਹੋਏ ਨੇ। ਪਰ ਹੁਣ ਕਹਿੰਦੇ ਕਿ 2 ਪੁਲਿਸ ਸਟੇਸ਼ਨ ਕਿਊਬੈਕ ਦੇ ਵਿੱਚ ਚਾਈਨਾ ਦੇ ਮਿਲੇ ਨੇ, ਤੇ ਚਾਈਨਾ ਕਹਿੰਦਾ ਭਾਈ ਕੈਨੇਡਾ ਅਸੀਂ ਤੈਨੂੰ ਵਾਰਨ ਕਰਦੇ ਹਾਂ, ਸਾਨੂੰ ਬਦਨਾਮ ਕਰਨਾ ਬੰਦ ਕਰ ਦੇ ਜੀ। ਇਹ ਮੁੱਦਾ ਜੀ ਤਕਰੀਬਨ 15 ਕੁ ਦਿਨ ਹੋ ਗਏ ਨੇ ਜੀ ਗਰਮਾਇਆ ਹੋਇਆ, ਤੇ ਹੁਣ ਖਾਸ ਤੌਰ ਉੱਤੇ ਕੱਲ੍ਹ ਹੀ ਚਾਈਨਾ ਦੇ ਜਿਹੜੇ ਵਿਦੇਸ਼ ਮੰਤਰੀ ਹੈਗੇ ਨੇ ਤੇ ਉਹਨਾਂ ਦੇ ਹਾਈ ਡਿਪਲੋਮੈਟਸ ਨੇ, ਉਹਨਾਂ ਨੇ ਵਾਰਨਿੰਗ ਦਿੱਤੀ ਹੈ ਕੈਨੇਡਾ ਨੂੰ ਕਿ ਤੁਸੀਂ ਬਾਜ਼ ਆ ਜਾਓ, ਸਾਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਬਦਨਾਮ ਨਾ ਕਰੋ। ਸਾਡਾ ਕੋਈ ਪੁਲਿਸ ਸਟੇਸ਼ਨ ਕੈਨੇਡਾ 'ਚ ਨਹੀਂ ਹੈਗਾ, ਅਸੀਂ ਅੰਤਰਰਾਸ਼ਟਰੀ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਉਹਦੇ ਹਿਸਾਬ ਨਾਲ ਆਪਣੇ ਡਿਪਲੋਮੈਟਸ ਨੂੰ, ਆਪਣੀ ਹਾਈ ਕਮਿਸ਼ਨਸ ਨੂੰ ਚਲਾਉਂਦੇ ਹੈਗੇ ਆ। ਸੋ ਬਾਰ-ਬਾਰ ਇਹ ਦੁਹਰਾਨਾ ਕਿ ਚਾਈਨਾ ਦੇ, ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਚਾਈਨੀਜ਼ ਇੰਟਰਫੇਰੈਂਸ ਦੇ ਦੋਸ਼ ਲੱਗ ਰਹੇ ਨੇ ਕਿ ਕੈਨੇਡਾ ਦੇ ਜਿਹੜੀਆਂ 2 ਪਿਛਲੀਆਂ ਇਲੈਕਸ਼ਨਸ ਹੋਈਆਂ ਉਹਦੇ 'ਚ ਚਾਈਨਾ ਦੇ ਲੋਕਾਂ ਨੇ, ਚਾਈਨਾ ਦੀ ਗਵਰਨਮੈਂਟ ਨੇ ਇਨਫਲੂਐਂਸ ਕੀਤਾ ਕਿ ਕਿਸ ਪਾਸੇ ਨੂੰ ਵੋਟ ਪਾਈ ਜਾਏ। ਤੇ ਹੁਣ ਜਿਹੜਾ ਹੈਗਾ ਇਹਦੇ ਉੱਤੇ ਇਨਕੁਆਇਰੀ ਦੀ ਵੀ ਮੰਗ ਕੀਤੀ ਜਾ ਰਹੀ ਹੈਗੀ ਆਪੋਜੀਸ਼ਨ ਪਾਰਟੀਜ਼ ਵੱਲੋਂ, ਕੰਜ਼ਰਵੇਟਿਵਸ ਅਤੇ NDP ਵੱਲੋਂ। ਪਰ ਅਜੇ ਸਰਕਾਰ ਨੇ ਕੋਈ ਇਹ ਨਹੀਂ ਕਿਹਾ ਕਿ ਜੀ ਅਸੀਂ ਕੋਈ ਇਨਕੁਆਇਰੀ ਕਰਾਵਾਂਗੇ। ਪਰ ਇੱਕ ਨਵਾਂ ਉਹ ਬਿੱਲ ਲਿਆ ਰਹੇ ਨੇ ਜਿਹਦੇ ਵਿੱਚ ਕਹਿ ਰਹੇ ਨੇ ਕਿ ਜਿਹੜੀ ਲੌਬੀ ਕੀਤੀ ਜਾਂਦੀ ਹੈਗੀ ਕਿਸੇ ਵੀ ਵਿਅਕਤੀ ਵੱਲੋਂ ਕਿਸੇ ਦੇਸ਼ ਵਾਸਤੇ, ਭਾਵੇਂ ਉਹ ਚਾਈਨਾ ਹੈ ਜਾਂ ਭਾਵੇਂ ਅਮਰੀਕਾ ਜਾਂ ਕੋਈ ਹੋਰ ਹੈ, ਉਸ ਉੱਤੇ ਟਰਾਂਸਪੇਰੈਂਸੀ ਹੋਵੇ। ਸੋ ਉਹਦੇ ਉੱਤੇ ਕੰਮ ਕੀਤਾ ਜਾ ਰਿਹਾ। ਅੱਜ ਹੀ ਜਿਹੜੇ ਕੈਨੇਡਾ ਦੇ ਮੰਤਰੀ ਹੈਗੇ ਨੇ ਮਿਸਟਰ ਮੈਂਡੀਨੋ, ਉਹਨਾਂ ਨੇ ਇਹ ਗੱਲ ਕਹੀ ਹੈਗੀ ਕਿ ਜੀ ਅਸੀਂ ਇੱਕ ਫੋਰਨ ਰਜਿਸਟਰੀ ਉਸ ਨੂੰ ਲਾਗੂ ਕਰਾਂਗੇ ਜਿਹਦੇ ਤਹਿਤ ਲੌਬਿਸਟ ਨੂੰ ਟਰਾਂਸਪੇਰੈਂਟ ਹੋਣਾ ਪਏਗਾ। ਸੋ ਇਹ ਕੰਮ ਤਾਂ ਕੀਤਾ ਜਾ ਰਿਹਾ, ਪਰ ਪਬਲਿਕ ਇਨਕੁਆਇਰੀ ਦੀ ਜਿਹੜੀ ਮੰਗ ਹੈਗੀ ਹੈ ਉਹਦੇ ਉੱਤੇ ਅਜੇ ਸਰਕਾਰ ਰਾਜ਼ੀ ਨਹੀਂ ਹੋ ਰਹੀ। ਅਤੇ ਚਾਈਨਾ ਜੋ ਹੈ ਇਸ ਉੱਤੇ ਹੁਣ ਜੇ ਬਾਰ-ਬਾਰ ਉਸ ਨੂੰ ਧਕੇਸਿਆ ਜਾਏਗਾ ਤਾਂ ਮੁਸ਼ਕਿਲ, ਹੋਰ ਟੈਂਸ ਰਿਲੇਸ਼ਨਸ ਹੋਣਗੇ ਇੰਡੀਆ, ਚਾਈਨਾ ਅਤੇ ਕੈਨੇਡਾ ਦੇ। ਜੀ ਬਿਲਕੁਲ, ਪਰ ਚਾਈਨੀਜ਼ ਮਿਨਿਸਟਰ ਨੇ ਇਸ ਗੱਲ ਤੋਂ ਇਨਕਾਰ ਵੀ ਨਹੀਂ ਕੀਤਾ ਆਪਣੇ ਬਿਆਨ ਦੇ ਵਿੱਚ ਕਿ ਉਹਨਾਂ ਦੇ ਇੱਥੇ ਸਟੇਸ਼ਨ ਚੱਲਦੇ ਨੇ। ਕਹਿੰਦੇ ਪਹਿਲਾਂ ਜਦੋਂ ਚਾਈਨਾ ਨਾਲ ਗੱਲ ਤੁਰੀ ਸੀ ਕਿ ਭਾਈ ਇੱਦਾਂ ਦੀ ਕਾਰਵਾਈ ਤੁਸੀਂ ਕਿਉਂ ਕਰ ਰਹੇ, ਕਿਉਂ ਕਿਊਬੈਕ ਦੇ ਵਿੱਚ ਇੱਦਾਂ ਤੁਸੀਂ ਸਟੇਸ਼ਨ ਖੋਲ੍ਹੇ ਹੋਏ ਨੇ, ਤਾਂ ਉਦੋਂ ਵੀ ਇਹੀ ਗੱਲ ਸਾਹਮਣੇ ਆਈ ਸੀ ਹਰਪ੍ਰੀਤ ਜੀ ਕਿ ਚਾਈਨਾ ਕਹਿੰਦਾ ਜੀ ਅਸੀਂ ਜੇ ਕਿਸੇ ਦਾ ਪਾਸਪੋਰਟ ਐਕਸਪਾਇਰ ਹੋ ਗਿਆ, ਕਿਸੇ ਦਾ ਲਾਇਸੈਂਸ ਬਣਾਉਣਾ ਆ, ਸੋ ਅਸੀਂ ਉਸ ਚੀਜ਼ ਲਈ ਇਹ ਵਾਲੇ ਆਫਿਸਿਸ ਖੋਲ੍ਹੇ ਹੋਏ ਨੇ। ਪਰ ਇਹ ਵੈਸੇ ਜਦੋਂ ਅਸੀਂ ਦੇਖਦੇ ਹਾਂ ਸਾਰੇ ਕੰਮ ਐਮਬੈਸੀਜ਼ ਦੇ ਹੁੰਦੇ ਨੇ। ਸੋ ਸ਼ੱਕ ਦੀ ਸੂਈ ਜ਼ਰੂਰ ਕੈਨੇਡਾ ਚਾਈਨਾ ਵੱਲ ਕਰੀ ਜਾਂਦਾ। ਅਤੇ RCMP ਦੀ ਇੰਟੈਗਰੇਟਿਡ ਨੈਸ਼ਨਲ ਸਿਕਿਉਰਿਟੀ ਟੀਮ ਜਿਹੜੀ ਹੈ ਉਹਨੇ ਇਨਵੈਸਟੀਗੇਸ਼ਨ ਓਪਨ ਕੀਤੀ ਹੋਈ ਹੈ। ਪਰ ਇਹਦੇ ਵਿੱਚ ਅੱਗੇ ਜਾ ਕੇ ਕੀ ਨਿਕਲਦਾ ਆ, ਕਿਹੜੇ ਕੰਟਰੀਜ਼ ਹੋਰ ਇਨਵੋਲਵ ਹੁੰਦੇ ਨੇ। ਚਾਈਨੀਜ਼ ਵੈਸੀ ਸਪਾਈਂਗ ਦੇ ਲਈ ਕਹਿੰਦੇ ਬੜੇ ਮਸ਼ਹੂਰ ਨੇ, ਪਰ ਇੱਥੇ ਦੇ ਚਾਈਨੀਜ਼ ਲੋਕ ਵੀ ਹਰਪ੍ਰੀਤ ਜੀ ਇਹ ਕਹਿਣ ਲੱਗ ਗਏ ਨੇ ਸ਼ਾਇਦ ਕਿ ਭਾਈ ਇਹ 2019 ਜਾਂ 21 ਦੀ ਇਲੈਕਸ਼ਨ ਦੀ ਗੱਲ ਨਹੀਂ, ਇਹ ਤਾਂ ਬਹੁਤ ਦਹਾਕਿਆਂ ਤੋਂ ਇਹ ਚੀਜ਼ ਹੋ ਰਹੀ ਹੈ। ਯਾਨੀ ਕਿ ਪਹਿਲਾਂ ਕਿਸੇ ਨੇ ਇਸ ਵੱਲ ਧਿਆਨ ਹੀ ਨਹੀਂ ਕੀਤਾ ਜੀ। ਚਾਈਨਾ ਇੱਕ ਕਮਿਊਨਿਸਟ ਦੇਸ਼ ਹੈਗਾ ਅਤੇ ਤੁਹਾਨੂੰ ਪਤਾ ਹੈ ਕਿ ਉੱਥੇ ਕੋਈ ਵੀ ਐਂਟੀ ਦੇਸ਼ ਵਿਰੋਧੀ ਕੋਈ ਐਕਟੀਵਿਟੀ ਹੋਏ ਉਸ ਉੱਤੇ ਸਰਕਾਰ ਨਜ਼ਰ ਰੱਖਦੀ ਹੈ। ਅਤੇ ਵੈਸਟਰਨ ਮੁਲਕਾਂ 'ਚ ਆ ਕੇ ਤੁਹਾਨੂੰ ਜੋ ਆਜ਼ਾਦੀ ਮਿਲਦੀ ਉਹ ਚਾਈਨਾ 'ਚ ਨਹੀਂ ਮਿਲਦੀ ਹੈਗੀ। ਸੋ ਡੈਫੀਨੇਟਲੀ ਉਹਨਾਂ ਦਾ ਕੰਟਰੋਲ ਹੈਗਾ ਲੋਕਾਂ ਦੇ ਉੱਤੇ, ਕਿਉਂਕਿ ਜਿਹੜੇ ਲੋਕਾਂ ਨੇ ਵਾਪਸ ਚਾਈਨਾ ਜਾਣਾ ਹੈ ਉਹਨਾਂ ਨੂੰ ਪਤਾ ਹੈ ਕਿ ਜੇਕਰ ਕੋਈ ਵੀ ਸਟੇਟਮੈਂਟ ਜਾਂ ਕੋਈ ਵੀ ਉਹਨਾਂ ਨੇ ਐਸਾ ਕੰਮ ਕੀਤਾ ਜਿਹਦੇ ਨਾਲ ਕਿ ਉਸ ਦੇਸ਼ ਦੀ ਇਮੇਜ ਨੂੰ ਕੋਈ ਸੱਟ ਵੱਜਦੀ ਹੈ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। ਸੋ ਡੈਫੀਨੇਟਲੀ ਐਜ਼ ਕੰਪੇਅਰ ਟੂ ਅਦਰ ਕੰਟਰੀਜ਼ ਦੀ ਚਾਈਨਾ ਦੀ ਜਿਹੜੀ ਪਕੜ ਹੈਗੀ ਹੈ ਉਹ ਭਾਵੇਂ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਅਮਰੀਕਾ ਹੈ ਉੱਥੇ ਡੈਫੀਨੇਟਲੀ ਹੋਏਗੀ। ਅਤੇ ਲੋਕ ਵੀ ਡਰਦੇ ਹੈਗੇ ਨੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਐਸਾ ਕੰਮ ਹੋਵੇ ਜਿਹਦੇ ਨਾਲ ਕਿ ਉਹਨਾਂ ਨੂੰ ਨੁਕਸਾਨ ਹੋਵੇ। ਐਂਡ ਆਫ ਕੋਰਸ ਕਮਿਊਨਿਸਟ ਪਾਰਟੀ ਆਫ ਚਾਈਨਾ ਜਿਹੜੀ ਹੈਗੀ ਹੈ ਉਸ ਦੇ ਵਿੱਚ ਮੁੜ ਤੋਂ ਅੱਜ ਲੀ ਜ਼ਿੰਗਪਿੰਗ ਨੂੰ ਮੁੜ ਤੋਂ ਰਾਸ਼ਟਰਪਤੀ ਚੁਣਿਆ ਜਾ ਚੁੱਕਿਆ ਹੈ। ਤੋ ਇੱਕ ਉੱਥੇ ਡੈਮੋਕ੍ਰੇਸੀ ਤਾਂ ਹੈ ਨਹੀਂ, ਸੋ ਸਿਰਫ ਡਿਕਟੇਟਰਸ਼ਿਪ ਹੈਗੀ ਇੱਕ ਵੱਖਰੇ ਕਿਸਮ ਦੀ ਜਿਹਨੂੰ ਕਮਿਊਨਿਜ਼ਮ ਕਿਹਾ ਜਾਂਦਾ ਹੈ ਕਿ ਜੋ ਲੀਡਰ ਕਹਿੰਦਾ ਹੈ ਉਹੀ ਚੀਜ਼ ਫੋਲੋ ਹੁੰਦੀ ਹੈ। ਅਤੇ ਕੋਈ ਵੀ ਇੰਸਟੀਟਿਊਸ਼ਨ, ਕੋਈ ਵੀ ਵਿਅਕਤੀ
ਜੇਕਰ ਸਰਕਾਰ ਦੀ ਸੋਚ ਦੇ ਖਿਲਾਫ ਕੋਈ ਗੱਲ ਕਰਦਾ ਹੈ ਤਾਂ ਉਸ ਨੂੰ, ਜਿਸ ਨੂੰ ਅਸੀਂ ਕਹਿੰਦੇ ਤਨਖੀਹਾ ਕਰਾਰ ਦਿੱਤਾ ਜਾਂਦਾ ਹੈ, ਤੇ ਉਸ ਦੇ ਖਿਲਾਫ ਐਕਸ਼ਨ ਲਿਆ ਜਾਂਦਾ ਹੈਗਾ। ਸੋ ਡੈਫੀਨਿਟਲੀ ਚਾਈਨਾ ਦੇ ਹੋ ਸਕਦੇ ਨੇ ਇੰਟਰਸਟ ਇੱਥੇ ਕੈਨੇਡਾ ਦੇ ਵਿੱਚ ਵੀ। RCMP ਤਹਿਕੀਕਾਤ ਕਰ ਰਹੀ ਹੈ ਇਸ ਬਾਰੇ, ਤਾਂ ਅਜੇ ਕੋਈ ਉਹਨਾਂ ਨੇ ਗੱਲ ਨਹੀਂ ਦੱਸੀ, ਬਟ ਮੇਰੇ ਸਮਝਣ ਦੇ ਅਨੁਸਾਰ ਡੈਫੀਨਿਟਲੀ ਚਾਈਨਾ ਦੇ ਇੰਟਰਸਟ ਜਿਹੜੇ ਹੈਗੇ ਨੇ ਇਹਨਾਂ ਵੈਸਟਰਨ ਮੁਲਕਾਂ 'ਚ ਹੋਣਗੇ, ਜਿਹਦੇ ਨਾਲ ਕਿ ਉਹ ਆਪਣੇ ਲੋਕਾਂ ਨੂੰ ਦਬਾ ਕੇ ਰੱਖਣਾ ਚਾਹੁੰਦੇ ਨੇ ਕਿ ਤੁਸੀਂ ਕੋਈ ਐਸੀ ਗੱਲ ਨਾ ਕਰੋ ਜਿਸ ਨਾਲ ਕਿ ਸਾਨੂੰ ਨੁਕਸਾਨ ਹੋਵੇ। ਜੀ, ਇਸ ਤੋਂ ਪਹਿਲਾਂ ਭਾਰਤ ਨੇ ਵੀ ਚਾਈਨਾ ਦੇ ਕਈ ਦਫ਼ਤਰ, ਕਈ ਉਹਨਾਂ ਦੇ ਸੌਫਟਵੇਅਰ ਭਾਰਤ ਦੇ ਵਿੱਚ, ਇੰਡੀਆ ਦੇ ਵਿੱਚ ਬੰਦ ਕਰ ਦਿੱਤੇ ਸੀਗੇ। ਸ਼ਾਇਦ ਅਜਿਹੀਆਂ ਸ਼ੱਕ ਦੀਆਂ ਸੂਈਆਂ ਉੱਥੇ ਵੀ ਜਾਂਦੀਆਂ ਸੀਗੀਆਂ। ਇਸ ਤੋਂ ਬਾਅਦ ਹਰਪ੍ਰੀਤ ਜੀ ਅਸੀਂ ਆਉਂਦੇ ਹਾਂ ਇੱਕ ਬੜੀ ਹੀ ਮਹੱਤਵਪੂਰਨ ਖਬਰ ਵੱਲ। ਕੱਲ੍ਹ ਬਰੈਂਪਟਨ ਦੇ ਵਿੱਚ 7-8 ਸਕੂਲਾਂ ਨੂੰ ਇੱਕ ਥ੍ਰੈਟ ਕਾਲ ਗਿਆ। 2-3 ਦਿਨਾਂ ਤੋਂ ਇਹ ਮੁੱਦਾ ਚੱਲ ਰਿਹਾ ਇੱਥੇ, ਤੇ ਕਈ ਪੇਰੈਂਟਸ ਨੇ ਅੱਜ ਸਕੂਲ ਦੇ ਵਿੱਚ ਬੱਚੇ ਨਹੀਂ ਭੇਜੇ। ਪੁਲਿਸ ਹਾਲਾਂਕਿ ਪ੍ਰੋਬ ਕਰ ਰਹੀ ਹੈ, ਪਰ ਟੀਨੇਜਰਸ ਦਾ ਬਿਹੇਵੀਅਰ ਉਹਦੇ ਵਿੱਚ ਸਾਹਮਣੇ ਆਇਆ। ਇੱਕ 14 ਸਾਲ ਦਾ ਬੱਚਾ ਤੇ ਇੱਕ 16 ਸਾਲ ਦਾ ਬੱਚਾ ਪੁਲਿਸ ਨੇ ਰਾਉਂਡ ਅਪ ਕੀਤਾ ਆ ਕਿ ਅਸੀਂ ਉਹਨਾਂ ਨੂੰ ਰਾਉਂਡ ਅਪ ਕਰਕੇ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਹਦੇ ਵਿੱਚ ਹੋਰ ਜਿਹੜੇ ਸਕੂਲ ਨੇ ਜਿਨ੍ਹਾਂ ਨੂੰ ਥ੍ਰੈਟ ਗਏ ਹੋਏ ਨੇ ਉਹਨਾਂ ਦੇ ਬਾਰੇ ਵੀ ਪੁਲਿਸ ਜਾਂਚ ਕਰ ਰਹੀ ਹੈ। ਪਰ ਮੁੱਦਾ ਇਹ ਹੈ ਕਿ ਕੈਨੇਡਾ ਜਿਹੜਾ ਆ ਉਹ ਪ੍ਰਵਾਸੀਆਂ ਦਾ ਮੁਲਕ ਕਹਾਂਦਾ ਆ ਜੀ। ਹਰ ਸਾਲ ਬਹੁਤ ਸਾਰੇ ਪ੍ਰਵਾਸੀ ਆਉਂਦੇ ਨੇ, ਪੰਜਾਬੀ ਵੀ ਆਉਂਦੇ ਨੇ, ਏਸ਼ੀਅਨਸ ਆਉਂਦੇ ਨੇ, ਹੋਰ ਮੁਲਕਾਂ ਦੇ ਵਿੱਚੋਂ ਆਉਂਦੇ ਨੇ ਇੱਥੇ। ਉਹ ਆਪਣੇ ਬੱਚਿਆਂ ਨੂੰ ਇੱਥੇ ਇਸ ਲਈ ਲੈ ਕੇ ਆਉਂਦੇ ਨੇ ਕਿ ਉਹਨਾਂ ਦਾ ਵਧੀਆ ਪਾਲਣ ਪੋਸ਼ਣ ਹੋਵੇ, ਪਰ ਬੱਚਿਆਂ ਦਾ ਅਜਿਹਾ ਬਿਹੇਵੀਅਰ ਟੀਨੇਜ ਦੇ ਵਿੱਚ ਹੋਣ ਲੱਗ ਗਿਆ। ਇਹਦੇ ਕੀ ਕਾਰਨ ਸਾਹਮਣੇ ਆ ਰਹੇ ਨੇ ਜੀ? ਜੀ, ਇਹ ਬਰੈਂਪਟਨ ਹੀ ਨਹੀਂ ਜੀ, ਮੈਂ ਕਹਾਂਗਾ ਕਿ ਇਹ ਪੂਰੇ ਦੇਸ਼ ਭਰ ਦੇ ਵਿੱਚ ਇਹ ਬੜੀ ਵੱਡੀ ਸਮੱਸਿਆ ਹੈ। ਅਤੇ ਖਾਸ ਤੌਰ 'ਤੇ ਸਰੀ ਦੀ ਅਸੀਂ ਗੱਲ ਕਰ ਲਈਏ, ਵੈਂਕੂਵਰ ਦੀ ਗੱਲ ਕਰ ਲਈਏ, ਵੈਸਟ ਕੋਸਟ 'ਤੇ ਵੀ ਅਤੇ ਈਸਟ ਕੋਸਟ 'ਤੇ ਵੀ ਮਾਹੌਲ ਜਿਹੜਾ ਬੜਾ ਟੌਕਸਿਕ ਬਣਦਾ ਜਾ ਰਿਹਾ। ਇਹਦੇ ਬਾਰੇ ਜੀ ਮੇਰੀ ਆਪਣੀ ਸੋਚਣੀ ਇਹ ਹੈਗੀ ਹੈ ਕਿ ਜਿਹੜਾ ਇਨਵਾਇਰਮੈਂਟ ਬੱਚਿਆਂ ਨੂੰ ਸਕੂਲ 'ਚ ਦਿੱਤਾ ਜਾਂਦਾ ਹੈ ਉਹ ਠੀਕ ਨਹੀਂ ਹੈਗਾ। ਬੇਸਿਕਲੀ ਇੱਥੇ 5ਵੀਂ ਤੱਕ ਗ੍ਰੇਡ ਤੱਕ ਤਾਂ ਇੱਕ ਤਰ੍ਹਾਂ ਦੀ ਪੜ੍ਹਾਈ ਹੁੰਦੀ ਨਹੀਂ, ਬੱਚਿਆਂ ਨੂੰ ਕੁਝ ਕਿਹਾ ਹੀ ਨਹੀਂ ਜਾਂਦਾ, ਅਤੇ ਨਾ ਹੀ ਕੋਈ ਟੀਚਰਸ ਕੋਲ ਅਧਿਕਾਰ ਹੈਗਾ ਕਿ ਉਹ ਬੱਚਿਆਂ ਨੂੰ ਕੁਝ ਕਹਿ ਸਕਣ। ਦੇਖੋ, ਅਸੀਂ ਜਿਹੜੇ ਸਿਸਟਮ 'ਚੋਂ ਆਏ, ਅਸੀਂ ਨੋ ਡਾਊਟ ਹੁਣ ਭਾਰਤ ਵਿੱਚ ਵੀ ਚੇਂਜਸ ਅਸੀਂ ਦੇਖ ਰਹੇ ਹਾਂ, ਲੇਕਿਨ ਇੱਕ ਸਿਸਟਮ ਹੁੰਦਾ ਸੀ ਜਿੱਥੇ ਕਿ ਡਿਸਪਲਿਨ ਦੇ ਵਿੱਚ ਤੁਸੀਂ ਰਹਿ ਕੇ ਪੜ੍ਹਾਈ ਕਰਦੇ ਸੀ, ਪਰ ਇਹ ਸਕੂਲਸ ਦੇ ਵਿੱਚ ਕੋਈ ਡਿਸਪਲਿਨ ਵਰਚੁਅਲੀ ਹੈ ਹੀ ਨਹੀਂ। ਨਾਲ ਜਿਸ ਕਿਸਮ ਦੀ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਂਦੀ ਹੈ, ਏਜ ਅਪਰੋਪਰੀਏਟ ਨਹੀਂ ਹੈਗੀ। ਇੱਕ ਛੋਟਾ ਜਿਹਾ ਜਿਹੜਾ ਬੱਚਾ ਹੈਗਾ ਉਸ ਨੂੰ ਐਸੀ ਚੀਜ਼ਾਂ ਦੱਸੀਆਂ ਜਾ ਰਹੀਆਂ ਨੇ ਜਿਹੜੀ ਕਿ ਉਸ ਦੇ ਏਜ ਦੇ ਮੁਤਾਬਿਕ ਨਹੀਂ ਹੈਗੀਆਂ, ਤਾਂ ਮੈਂ ਸਮਝਣਾ ਬੱਚੇ ਦਾ ਦਿਮਾਗ ਡਿਸਟੋਰਟ ਹੋ ਜਾਂਦਾ ਹੈਗਾ, ਖਰਾਬ ਹੁੰਦਾ ਹੈਗਾ। ਸੋ ਹੌਲੀ ਹੌਲੀ ਜਦੋਂ ਡਿਸਟੋਰਸ਼ਨ ਵਧੀ ਜਾਂਦੀ ਹੈ, ਜਿਹਦੇ 'ਚ ਕਿ ਖਾਸ ਤੌਰ 'ਤੇ ਹੁਣ BC ਵਿੱਚ ਤਾਂ ਇੱਕ ਨਵਾਂ ਕਾਨੂੰਨ ਵੀ ਲਾਗੂ ਹੋ ਚੁੱਕਿਆ ਜੀ, ਜਿਹਦੇ ਵਿੱਚ ਕਿ 2.5 ਗ੍ਰਾਮ ਕੋਕੇਨ, ਹੈਰੋਇਨ ਤੁਸੀਂ ਲੈ ਕੇ ਜਾ ਸਕਦੇ ਹੋ। 18 ਸਾਲ ਤੋਂ ਵੱਧ ਦੀ ਉਮਰ ਤੁਹਾਡੀ ਜੇ ਹੈਗੀ ਹੈ, ਤੁਸੀਂ ਇਹ ਸਭ ਕੁਝ ਕਰ ਸਕਦੇ ਹੋ। ਪੁਲਿਸ ਕੁਝ ਨਹੀਂ ਕਹੇਗੀ, ਤੁਹਾਨੂੰ ਕਹਿ ਨਹੀਂ ਸਕਦੀ, ਕਿਉਂਕਿ ਨਵਾਂ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ। ਹੁਣ ਜਦੋਂ ਐਸੀ ਓਪਨਨੈਸ ਹੋਵੇ, ਸਕੂਲਸ ਦੇ ਵਿੱਚ ਕੋਈ ਡਿਸਪਲਿਨ ਨਹੀਂ, ਸਕੂਲਸ ਦੇ ਵਿੱਚ ਕੋਈ ਰੈਗੂਲੇਸ਼ਨ ਨਹੀਂ ਹੈਗੀ, ਪ੍ਰਿੰਸੀਪਲ ਦੀ ਕੋਈ ਪਰਵਾਹ ਨਹੀਂ ਕਰਦਾ, ਟੀਚਰਸ ਨੂੰ ਕੋਈ ਸਮਝਦਾ ਨਹੀਂ ਕੁਝ, ਤਾਂ ਬੱਚਿਆਂ ਨੂੰ ਜਦੋਂ ਇੰਨੀ ਆਜ਼ਾਦੀ ਮਿਲਦੀ ਹੈ ਤਾਂ ਫਿਰ ਉਹ ਕੰਮ ਖਰਾਬ ਹੋਣਾ ਹੀ ਹੋਣਾ ਹੈ। ਉਸ ਤੋਂ ਬਾਅਦ ਫਿਰ ਉਹ ਕਈ ਵਾਰ ਜਿਹੜੇ ਨੇ ਬੱਚੇ ਗਲਤ ਰਾਹਾਂ 'ਤੇ ਤੁਰਨਾ ਸ਼ੁਰੂ ਹੁੰਦੇ ਨੇ। ਉਸ ਤੋਂ ਬਾਅਦ ਗੈਂਗਸ ਦੀ ਗੱਲ ਆ ਜਾਂਦੀ ਹੈ, ਉਸ ਤੋਂ ਬਾਅਦ ਡਰੱਗਸ ਦੀ ਗੱਲ ਆ ਜਾਂਦੀ ਹੈ। ਸੋ ਇੱਕ ਵਿਸ਼ੀਅਸ ਦਾ ਸਰਕਲ ਬਣ ਚੁੱਕਿਆ ਹੈਗਾ, ਜਿਹਦੇ ਉੱਤੇ ਮੈਂ ਸਮਝਣਾ ਕਿ ਠੋਸ ਕਦਮ ਲੈਣ ਦੀ ਲੋੜ ਹੈਗੀ ਹੈ। ਇੱਕ ਹੋਰ ਚੀਜ਼ ਹੈਗੀ ਹੈ ਜੀ, ਤੁਸੀਂ ਦੇਖਦੇ ਹੋ ਕਿ ਸਕੂਲਸ ਜਿਹੜੇ ਨੇ ਐਟਲੀਸਟ ਉਹਨਾਂ ਦੀ ਪਬਲਿਕ ਬਾਉਂਡਰੀ ਹੋਣੀ ਚਾਹੀਦੀ ਹੈ ਕਿ ਜਿਹਦੇ 'ਚ ਬੱਚੇ ਅੰਦਰ ਰਹਿਣ। ਤੁਹਾਨੂੰ ਯਾਦ ਹੈ ਆਪਣੇ ਸਕੂਲਾਂ ਜਿੱਥੇ ਅਸੀਂ ਪੜ੍ਹੇ ਹੋਏ ਹਾਂ, ਇੱਕ ਬਾਉਂਡਰੀ ਹੁੰਦੀ ਸੀ, ਭਾਵੇਂ ਸਰਕਾਰੀ ਸਕੂਲ ਵੀ ਹੈਗਾ ਹੈ, ਉਸ ਦੀ ਇੱਕ ਬਾਹਰਲੀ ਦੀਵਾਰ ਹੈਗੀ ਜਿਹਦੇ ਅੰਦਰ ਤੁਸੀਂ ਰਹਿੰਦੇ ਹੈਗੇ ਹੋ। ਇੱਥੇ ਕੋਈ ਇਹੋ ਜਿਹਾ ਕੌਨਸੈਪਟ ਹੀ ਨਹੀਂ ਹੈਗਾ, ਕੋਈ ਆਉਂਦਾ ਹੈ ਕੋਈ ਜਾਂਦਾ ਹੈ ਪਤਾ ਹੀ ਨਹੀਂ ਹੈਗਾ। ਜਦ ਕਿ ਇੱਕੋ ਹੀ ਗੇਟ ਹੁੰਦਾ ਸੀ ਉਹ ਸਕੂਲਾਂ ਦੇ ਜਿੱਥੇ ਅਸੀਂ ਪੜ੍ਹੇ ਹਾਂ, ਜਿੱਥੋਂ ਕਿ ਕੋਈ ਵਿਅਕਤੀ ਆਉਂਦਾ ਜਾਂ ਜਾਂਦਾ ਸੀ ਪਤਾ ਹੁੰਦਾ ਸੀ, ਪਰ ਇੱਥੇ ਕੁਝ ਪਤਾ ਹੀ ਨਹੀਂ, ਜਿਸ ਕਰਕੇ ਅਸੀਂ ਦੇਖਦੇ ਹਾਂ ਬਹੁਤ ਵਾਰ ਬੱਚਿਆਂ ਨੂੰ ਵਰਗਲਾਇਆ ਜਾਂਦਾ ਹੈ। ਸਕੂਲ ਕੰਪਾਊਂਡ ਦੇ ਵਿੱਚ ਹੀ ਕਈ ਐਸੇ ਐਂਟੀ ਸੋਸ਼ਲ ਐਲੀਮੈਂਟਸ ਹੁੰਦੇ ਨੇ ਜਿਹੜੇ ਕਿ ਉਹਨਾਂ ਬੱਚਿਆਂ ਦਾ ਫਾਇਦਾ ਲੈ ਲੈਂਦੇ ਨੇ। ਦੂਸਰੀ ਜਿਹੜੀ ਸਮੱਸਿਆ ਆ ਰਹੀ ਉਹ ਹੈਗੀ ਜੀ ਕਿ ਹਮੇਸ਼ਾ ਹੀ ਅੱਜ ਸਾਡੇ ਬੱਚੇ ਜੁੜੇ ਹੋਏ ਨੇ ਨੈੱਟ ਦੇ ਨਾਲ। ਨੈੱਟ ਦੇ ਬਹੁਤ ਫਾਇਦੇ ਨੇ ਜੀ, ਬਹੁਤ ਚੰਗੀਆਂ ਚੀਜ਼ਾਂ ਵੀ ਸਾਨੂੰ ਮਿਲਦੀਆਂ ਨੇ। ਇਹ ਨੈੱਟ ਦੇ ਸਹਾਰੇ ਹੀ ਅੱਜ ਅਸੀਂ ਦੁਨੀਆ ਭਰ ਦੇ ਵਿੱਚ ਇੱਕ ਦੂਸਰੇ ਨਾਲ ਗੱਲਬਾਤ ਕਰ ਰਹੇ ਹਾਂ, ਪਰ ਇਸ ਦਾ ਇੱਕ ਨੈਗੇਟਿਵ ਪੱਖ ਵੀ ਹੈਗਾ। ਅਗੇਨ ਕਈ ਐਸੀਆਂ ਸਾਈਟਸ ਨੇ ਜਿੱਥੇ ਕਿ ਬੱਚਿਆਂ ਨੂੰ ਨਹੀਂ ਜਾਣਾ ਚਾਹੀਦਾ, ਲੇਕਿਨ ਮਾਂ-ਬਾਪ ਵੀ ਇੰਨੇ ਐਜੂਕੇਟਡ ਨਹੀਂ ਹੁੰਦੇ। ਅਤੇ ਨੰਬਰ 2, ਫੋਨਸ ਵੀ ਬੱਚਿਆਂ ਕੋਲ ਹੈਗੇ ਨੇ, ਫੋਨਸ 'ਤੇ ਜੋ ਮਰਜ਼ੀ ਉਹ ਕਰਦੇ ਰਹਿਣ, ਮਾਂ-ਬਾਪ ਨੂੰ ਪਤਾ ਹੀ ਨਹੀਂ ਲੱਗਦਾ। ਉੱਥੋਂ ਵੀ ਮਨ ਜਿਹੜਾ ਡਿਸਟੋਰਟ ਹੁੰਦਾ ਹੈ। ਫਿਰ ਜਿਹੜਾ ਟੌਕਸਿਕ ਇਨਵਾਇਰਮੈਂਟ ਹੈਗਾ ਜਿਹਦੇ 'ਚ ਕਿ ਅਸੀਂ ਡਰੱਗਸ ਨੂੰ ਐਕਸੈਪਟ ਕਰ ਰਹੇ ਹੈਗੇ ਹਾਂ ਕਿ ਬਈ 2.5 ਗ੍ਰਾਮ ਤੁਸੀਂ ਕੋਕੇਨ ਲਿਜਾ ਸਕਦੇ ਹੋ, 2.5 ਗ੍ਰਾਮ ਤੁਸੀਂ ਹੈਰੋਇਨ ਰੱਖ ਸਕਦੇ ਹੋ, ਤੁਹਾਨੂੰ ਪੁਲਿਸ ਕੁਝ ਨਹੀਂ ਕਹੇਗੀ। ਇਹਦਾ ਅਸਰ ਕੀ ਪਏਗਾ ਇੱਕ ਨਵੇਂ ਬ੍ਰੇਨ ਜਿਹੜਾ ਕਿ ਇਵੋਲਵ ਕਰ ਰਿਹਾ ਹੈਗਾ। ਅਸਲ ਵਿੱਚ ਜਿਹੜੇ
ਅੰਕੜੇ ਆ ਰਹੇ ਨੇ, ਜਿਹੜੀ ਰਿਸਰਚ ਹੋਈ ਹੈ, ਜਦੋਂ ਮੈਰੀਜੁਆਨਾ ਨੂੰ ਲੀਗਲਾਈਜ਼ ਕੀਤਾ ਗਿਆ BC ਦੇ ਵਿੱਚ, ਤਦੋਂ ਤੋਂ ਲੈ ਕੇ ਹੁਣ ਤੱਕ ਜਦੋਂ ਰਿਸਰਚਸ ਕੀਤੀਆਂ ਗਈਆਂ ਨੇ, ਤੇ ਇਹ ਪਾਇਆ ਗਿਆ ਕਿ ਇੱਕ ਜਿਹੜਾ ਬੱਚਾ ਹੈਗਾ ਉਹਦੀ ਮਾਨਸਿਕ ਗਰੋਥ ਸਹੀ ਨਹੀਂ ਹੋ ਰਹੀ, ਕਿਉਂਕਿ ਜੋ ਉਹ ਸਮੋਕ ਕਰ ਰਿਹਾ ਜਾਂ ਵੇਪ ਕਰ ਰਿਹਾ ਉਹਦਾ ਅਸਰ ਉਸਦੇ ਦਿਮਾਗ ਤੇ ਪੈ ਰਿਹਾ। ਪਰ ਉਸ ਦੇ ਬਾਵਜੂਦ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦੇ ਰਹੇ, ਤੇ ਅਸੀਂ ਹੋਰ ਇੱਕ ਓਪਨ ਸੁਸਾਇਟੀ, ਸੋ ਕਾਲਡ ਓਪਨ ਸੁਸਾਇਟੀ ਕ੍ਰੀਏਟ ਕਰ ਰਹੇ ਹਾਂ, ਜਿੱਥੇ ਡਰੱਗਸ ਦਾ ਇਸਤੇਮਾਲ ਕਰਨਾ ਗਲਤ ਨਹੀਂ ਮੰਨਿਆ ਜਾ ਰਿਹਾ, ਬਲਕਿ ਪ੍ਰਮੋਟ ਕੀਤਾ ਜਾਂਦਾ ਹੈ ਕਿ ਜੀ ਤੁਸੀਂ ਸੇਫ ਇੰਜੈਕਸ਼ਨ ਸਾਈਟਸ 'ਤੇ ਹੀ ਜਾ ਕੇ ਡਰੱਗਸ ਲਓ। ਇਹ ਨਹੀਂ ਕਿਹਾ ਜਾਂਦਾ ਕਿ ਜੀ ਜਿੱਥੋਂ ਡਰੱਗਸ ਆ ਰਹੇ ਨੇ ਉਸ ਨੂੰ ਬੰਦ ਕੀਤਾ ਜਾਵੇ। ਅਸਮਾਨੋਂ ਤਾਂ ਡਿੱਗ ਨਹੀਂ ਰਹੇ ਡਰੱਗਸ, ਜਾਂ ਤਾਂ ਸਾਡੇ ਪੋਰਟਸ ਤੋਂ ਆ ਰਹੇ ਨੇ ਜਾਂ ਸਾਊਥ ਆਫ ਦਾ ਬਾਰਡਰ ਆ ਰਹੇ ਨੇ। ਕਿਉਂ ਨਹੀਂ ਉੱਥੇ ਜ਼ਿਆਦਾ ਪੁਲਿਸ, ਜ਼ਿਆਦਾ ਫੋਰਸ ਲਾ ਕੇ ਇਹ ਚੀਜ਼ਾਂ ਨੂੰ ਰੋਕਣ ਦੇ ਯਤਨ ਕੀਤੇ ਜਾ ਰਹੇ? ਸੋ ਇਹ ਕੁਝ ਸਟੈਪਸ ਨੇ ਜਿਹੜੇ ਸਰਕਾਰ ਨੂੰ ਸੋਚਣੇ ਪੈਣਗੇ। ਸੋ ਜਿੱਥੇ ਇਹ ਡਰ ਹੈ, ਮਾਹੌਲ ਇਹੋ ਜਿਹਾ ਕ੍ਰੀਏਟ ਹੋ ਰਿਹਾ ਕਿ ਮਾਂ-ਬਾਪ ਵੀ ਜੇ ਨਵੇਂ ਆਏ ਨੇ, ਆਪਣੇ ਆਪ ਨੂੰ ਸਟੇਬਲ ਕਰਨ ਵਾਸਤੇ, ਇਸਟੈਬਲਿਸ਼ ਕਰਨ ਵਾਸਤੇ ਮਾਂ-ਬਾਪ ਦੋਨੋਂ ਹੀ ਕੰਮ ਕਰ ਰਹੇ ਨੇ। ਬੱਚਾ ਸਕੂਲੋਂ ਘਰ ਆਉਂਦਾ, ਉਸ ਤੋਂ ਬਾਅਦ ਅਗੇਨ ਉਸਦੇ ਕੋਲ ਹੋਰ ਕੋਈ ਮਾਧਿਅਮ ਨਹੀਂ, ਟੀਵੀ ਦੇ ਅੱਗੇ ਬੈਠ ਜਾਂਦਾ ਹੈਗਾ, ਅਤੇ ਟੀਵੀ 'ਤੇ ਵੀ ਜਿਸ ਤਰੀਕੇ ਦੇ ਸੌਂਗਸ ਜਾਂ ਜਿਸ ਤਰੀਕੇ ਦਾ ਲੱਚਰਪੁਣਾ ਦੇਖਣ ਨੂੰ ਮਿਲਦਾ ਹੈ, ਉਹ ਬੱਚੇ ਦੇ ਮਾਈਂਡ ਨੂੰ ਪ੍ਰਭਾਵਿਤ ਕਰ ਰਿਹਾ, ਜਿਸ ਕਰਕੇ ਵਾਇਲੈਂਸ ਇੱਕ ਅਸੈਪਟਡ ਨੋਰਮ ਬਣਦਾ ਜਾ ਰਿਹਾ। ਗਾਲਾਂ ਕੱਢਣੀਆਂ ਇੱਕ ਦੂਸਰੇ ਨੂੰ ਜਾਂ ਗਲਤ ਤਰੀਕਿਆਂ ਦਾ ਇਸਤੇਮਾਲ ਕਰਨਾ ਇੱਕ ਨੋਰਮ ਬਣਦਾ ਜਾ ਰਿਹਾ, ਜਿਸ ਨੂੰ ਕਿ ਸੁਸਾਇਟੀ ਐਕਸੈਪਟ ਵੀ ਕਰਦੀ ਪਈ ਹੈ। ਸੋ ਇਸ ਉੱਤੇ ਮਾਂ-ਬਾਪ ਨੂੰ ਆਪਣਾ ਰੋਲ ਨਿਭਾਉਣਾ ਪਏਗਾ, ਬੱਚਿਆਂ ਨੂੰ ਸਹੀ ਟ੍ਰੇਨਿੰਗ ਜਿਹੜੀ ਦੇਣੀ ਪਏਗੀ, ਸਕੂਲਸ ਦਾ ਇਨਵਾਇਰਨਮੈਂਟ ਬਿਹਤਰ ਕਰਨਾ ਪਏਗਾ, ਐਂਡ ਆਫ ਕੋਰਸ ਗਵਰਨਮੈਂਟ ਨੂੰ ਕੁਝ ਸਟਰੋਂਗ ਐਕਸ਼ਨ ਲੈਣਾ ਪਏਗਾ। ਹਰ ਚੀਜ਼ ਨੂੰ ਓਪਨ ਕਰ ਦੇਣਾ ਮੇਰੀ ਸਮਝ ਦੇ ਵਿੱਚ ਠੀਕ ਨਹੀਂ ਹੈਗਾ, ਇਸ ਦਾ ਨੁਕਸਾਨ ਜ਼ਿਆਦਾ ਹੈ, ਫਾਇਦੇ ਘੱਟ ਹੈਗੇ ਨੇ। ਜੀ ਬਿਲਕੁਲ, ਮੈਨੂੰ ਲੱਗਦਾ ਹੈ ਕਿ ਪੂਰਾ ਐਜੂਕੇਸ਼ਨ ਸਿਸਟਮ ਜਿਹੜਾ ਆ, ਪਾਲਿਸੀਜ਼ ਨੇ, ਉਹਦੇ ਬਾਰੇ ਸਰਕਾਰ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ, ਕਿਉਂਕਿ ਤੁਹਾਡੀ ਗੱਲ ਸਹੀ ਹੈ ਕਿ 5ਵੀਂ ਤੱਕ ਤਾਂ ਬਿਲਕੁਲ ਬੱਚੇ ਵਿਹਲੇ ਹੀ ਨੇ, ਜਦ ਕਿ ਉਹਨਾਂ ਦਿਨਾਂ ਦੇ ਵਿੱਚ ਅਸੀਂ ਭਾਰਤ ਦੇ ਵਿੱਚ ਅਕਸਰ ਕਹਿੰਦੇ ਸੀਗੇ ਜੇ ਨੀਂਹ ਮਜ਼ਬੂਤ ਹੋ ਜਾਵੇ ਤਾਂ ਬਿਲਡਿੰਗ ਆਪਣੇ ਆਪ ਮਜ਼ਬੂਤ ਹੋ ਜਾਵੇਗੀ। ਸੋ ਇਹ ਸਟਰਕਚਰ ਦੇ ਉੱਤੇ ਕੰਮ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ। ਅਖੀਰ ਦੇ ਵਿੱਚ ਹਰਪ੍ਰੀਤ ਜੀ ਖਬਰ ਲੈ ਲੈਂਦੇ ਆ ਜੀ, ਭਾਰਤੀ ਡਿਗਰੀਆਂ ਨੂੰ ਆਸਟ੍ਰੇਲੀਆ ਮਾਨਤਾ ਦੇਣ ਲੱਗ ਗਿਆ ਆ। ਗੁਜਰਾਤ ਦੇ ਵਿੱਚ ਇੱਕ ਯੂਨੀਵਰਸਿਟੀ, ਆਸਟ੍ਰੇਲੀਅਨ ਯੂਨੀਵਰਸਿਟੀ ਆਪਣਾ ਕੈਂਪਸ ਖੋਲ੍ਹ ਰਹੀ ਹੈ, ਪਰ ਕੈਨੇਡਾ ਦੇ ਵਿੱਚ ਤਾਂ ਸਾਡੇ ਸਿਸਟਮਸ ਨੂੰ, ਡਿਗਰੀਜ਼ ਨੂੰ, ਇੱਥੋਂ ਤੱਕ ਕਿ ਆਯੁਰਵੇਦ ਜਿਹੜਾ ਕਿ ਹਜ਼ਾਰਾਂ ਸਾਲ ਪੁਰਾਣਾ ਵੇਦਾਂ ਦੇ ਵਿੱਚ ਲਿਖਿਆ ਹੋਇਆ ਆ, ਉਹਦੀ ਜਿਹੜੀ ਮੈਡੀਕਲ ਪ੍ਰਣਾਲੀ ਹੈ, ਉਹਨੂੰ ਤੱਕ ਵੀ ਕੈਨੇਡੀਅਨ ਗਵਰਨਮੈਂਟ ਮਹੱਤਤਾ ਨਹੀਂ ਦੇ ਰਹੀ ਹੈ, ਜਾਂ ਉਹਨੂੰ ਕਹਿ ਸਕਦੇ ਹਾਂ ਕਿ ਉਹਨੂੰ ਮੰਨ ਨਹੀਂ ਰਹੀ, ਤੇ ਭਾਰਤੀ ਡਿਗਰੀਆਂ ਨਹੀਂ ਮੰਨ ਰਹੀ। ਆਸਟ੍ਰੇਲੀਆ ਸਮੇਤ UNO ਦੇ ਵਿੱਚ ਆਯੁਰਵੇਦ ਦੇ ਉੱਤੇ ਰਿਸਰਚ ਚੱਲ ਰਹੀ ਹੈ। ਆਸਟ੍ਰੇਲੀਆ ਭਾਰਤ ਦੀਆਂ ਡਿਗਰੀਆਂ ਨੂੰ ਮਾਨਤਾ ਦੇਣ ਲੱਗ ਗਿਆ, ਪਰ ਕੈਨੇਡਾ ਦੇ ਵਿੱਚ ਆ ਕੇ ਸਾਡੇ ਸਟੂਡੈਂਟਸ ਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਐਜੂਕੇਸ਼ਨ ਮੈਚ ਕਰਨ ਲਈ। ਜੀ ਜੀ ਬਿਲਕੁਲ ਜੀ। ਗੁਜਰਾਤ ਵਿੱਚ ਗਏ ਹੋਏ ਨੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ, ਅਤੇ ਉੱਥੇ ਉਹਨਾਂ ਨੇ ਘੋਸ਼ਣਾ ਕੀਤੀ ਕਿ ਡਿਗਰੀਜ਼ ਨੂੰ ਉਹ ਮਾਨਤਾ ਦੇਣਗੇ। ਅਸਲ ਵਿੱਚ ਇਹਦੇ 'ਚ ਨਾ ਅਜੇ ਥੋੜ੍ਹੀ ਜਿਹੀ ਕਲੈਰੀਫਿਕੇਸ਼ਨ ਅਜੇ ਹੋਰ ਆਉਣ ਦੀ ਲੋੜ ਹੈਗੀ ਹੈ, ਕਿਉਂਕਿ ਆਲਰੇਡੀ ਕੈਨੇਡਾ ਵਿੱਚ ਵੀ ਕਈ ਇੰਸਟੀਟਿਊਸ਼ਨਸ ਹੈਗੀਆਂ ਜਿਨ੍ਹਾਂ ਦੇ ਬੱਚੇ ਜੇਕਰ ਉਸ ਯੂਨੀਵਰਸਿਟੀ ਤੋਂ ਪੜ੍ਹਦੇ ਨੇ ਭਾਰਤ ਵਿੱਚ, ਉਹਨਾਂ ਨੂੰ ਮਾਨਤਾ ਮਿਲਦੀ ਹੈ। ਕੀ ਇਹ ਸਾਰੀ ਯੂਨੀਵਰਸਿਟੀਜ਼ ਨੂੰ ਓਪਨ ਕਰ ਦਿੱਤਾ ਗਿਆ ਜਾਂ ਸਿਰਫ ਸਿਲੈਕਟਡ ਯੂਨੀਵਰਸਿਟੀਜ਼ ਨੇ, ਜਿੱਥੇ ਕਿ ਆਸਟ੍ਰੇਲੀਆ ਦੇ ਬੱਚੇ ਜੇਕਰ ਆਸਟ੍ਰੇਲੀਆ 'ਚ ਰਹਿੰਦੇ ਹੋਏ ਜਾਂ ਭਾਰਤ 'ਚ ਰਹਿੰਦੇ ਹੋਏ ਆਸਟ੍ਰੇਲੀਆ ਦੇ ਕੋਰਸਿਸ ਕਰਦੇ ਨੇ ਜਾਂ ਵਾਈਸ ਵਰਸਾ ਹੁੰਦਾ ਹੈ, ਉਸ ਨੂੰ ਮਾਨਤਾ ਮਿਲੇਗੀ? ਸੋ ਅਜੇ ਇਹ ਕਲੈਰੀਫਿਕੇਸ਼ਨ ਹੋਣ ਵਾਲੀ ਹੈ। ਇਹ ਤਾਂ ਕੈਨੇਡਾ ਵਿੱਚ ਵੀ ਆਲਰੇਡੀ ਚੱਲ ਰਿਹਾ, ਪਰ ਫੋਰਨ ਕ੍ਰੈਡੈਂਸ਼ੀਅਲਸ ਜਿਹੜੇ ਨੇ ਉਹ ਰਿਕਗਨਾਈਜ਼ ਨਹੀਂ ਕੀਤੇ ਜਾ ਰਹੇ। ਹਾਲ ਹੀ ਵਿੱਚ ਕੁਝ ਸਟੈਪਸ ਲਏ ਗਏ ਨੇ, ਜਿਸ ਤਰ੍ਹਾਂ ਕਿ BC ਦੇ ਵਿੱਚ ਨਰਸਿਸ ਦੇ ਬਾਰੇ ਗੱਲਾਂ ਹੋਈਆਂ ਨੇ ਕਿ ਇੰਟਰਨੈਸ਼ਨਲੀ ਟ੍ਰੇਨਡ ਨਰਸਿਸ ਨੂੰ ਉਹ ਹੁਣ ਅਸੈਪਟ ਕਰ ਰਹੇ ਨੇ, ਉਹਨਾਂ ਵਾਸਤੇ ਸੈਪਰੇਟ ਫੰਡਿੰਗ ਆ ਰਹੀ ਹੈ। ਸਿਮਿਲਰਲੀ ਡਾਕਟਰਸ ਵਾਸਤੇ ਵੀ ਕੁਝ ਉਪਰਾਲੇ ਕੀਤੇ ਜਾ ਰਹੇ ਨੇ, ਬਟ ਵੱਡੇ ਪੱਧਰ 'ਤੇ ਜੇਕਰ ਅਸੀਂ ਗੱਲ ਕਰੀਏ ਤਾਂ ਅਜੇ ਕੁਝ ਐਸੀ ਮਾਨਤਾ ਨਹੀਂ ਮਿਲ ਰਹੀ ਹੈਗੀ, ਫੋਰਨ ਕ੍ਰੈਡੈਂਸ਼ੀਅਲਸ ਨੂੰ ਰਿਕਗਨਾਈਜ਼ ਨਹੀਂ ਕੀਤਾ ਜਾ ਰਿਹਾ। ਕੈਨੇਡਾ ਦੇ ਵਿੱਚ ਜਿਹੜੀਆਂ ਪ੍ਰੋਫੈਸ਼ਨਲ ਬਾਡੀਜ਼ ਨੇ ਉਹ ਇੱਕ ਬੜਾ ਵੱਡਾ ਅੜਿੱਕਾ ਹੈਗੀਆਂ ਨੇ, ਜਿਹੜੀ ਕਿ ਇਹ ਚੀਜ਼ ਨੂੰ ਹੋਂਦ ਵਿੱਚ ਨਹੀਂ ਲਿਆਉਣ ਦੇ ਰਹੀਆਂ। ਪਰ ਦੂਸਰੇ ਪਾਸੇ ਇੱਕ ਹੋਰ ਚੀਜ਼ ਹੈਗੀ ਹੈ ਜਿਹਦੇ ਉੱਤੇ ਸਾਨੂੰ ਧਿਆਨ ਦੇਣਾ ਪਏਗਾ ਕਿ ਇਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਹੈਗੀਆਂ ਨੇ, ਇਹਦੇ ਵਿੱਚ ਮੁੱਖ ਤੌਰ ਦੇ ਉੱਤੇ ਕੈਨੇਡੀਅਨ ਸਰਕਾਰ ਨੂੰ ਜੋ ਹੈ ਉਹ ਭਾਰਤ ਸਰਕਾਰ ਨਾਲ ਗੱਲਬਾਤ ਕਰਨੀ ਪਏਗੀ, ਅਤੇ ਨਾਲ ਸੈਕੰਡਲੀ ਇੱਕ ਹੋਰ ਗੱਲ ਆਏਗੀ ਕਿ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਵੀ ਇਹ ਦੇਖਣਾ ਪਏਗਾ ਕਿ ਕਿਸ ਤਰੀਕੇ ਨਾਲ ਉਹ ਇੱਕ ਦੂਸਰੇ ਨਾਲ ਸੰਧੀਆਂ ਕਰਦੀਆਂ ਨੇ, ਜਿਹਦੇ ਨਾਲ ਕਿ ਇਹ ਫੋਰਨ ਕ੍ਰੈਡੈਂਸ਼ੀਅਲਸ ਦੀ ਰੈਕਗਨੀਸ਼ਨ ਹੋਵੇ। ਸੋ ਜੇਕਰ ਇੱਕ ਇੰਸਟੀਟਿਊਸ਼ਨ ਤੋਂ ਬੱਚਾ ਪੜ੍ਹ ਕੇ ਭਾਰਤ ਵਿੱਚ ਜਾਂ ਕੈਨੇਡਾ 'ਚ ਆ ਰਿਹਾ, ਉਸ ਨੂੰ ਤਾਂ ਮਾਨਤਾ ਮਿਲ ਰਹੀ ਹੈ, ਬਟ ਆਮ ਬੰਦੇ ਨੂੰ ਨਹੀਂ ਮਿਲ ਰਹੀ।
ਇਹਦੇ ਉੱਤੇ ਵੀ ਅਗੇਨ ਡਿਫਰੈਂਟ ਵਿਚਾਰ ਹੈਗੇ ਨੇ। ਜਿਹੜੀਆਂ ਤੇ ਨਾਮਵਰ ਯੂਨੀਵਰਸਿਟੀਜ਼ ਨੇ ਭਾਰਤ ਦੀਆਂ, ਮੈਂ ਸਮਝਦਾ ਬਿਲਕੁਲ ਉਹਨਾਂ ਦੀ ਐਕਸੈਪਟ ਕਰਨੀ ਚਾਹੀਦੀ ਹੈ। ਇਹ ਨਾ ਹੋਏ ਕਿ ਹਰ ਇੱਕ ਯੂਨੀਵਰਸਿਟੀ ਨੂੰ ਅਸੀਂ ਐਕਸੈਪਟ ਕਰ ਲਈਏ, ਕਿਉਂਕਿ ਕਈ ਐਸੀਆਂ ਯੂਨੀਵਰਸਿਟੀਜ਼ ਹੈਗੀਆਂ ਬਿਹਾਰ ਦੇ ਵਿੱਚ ਜਿਹੜੀਆਂ ਕਿ ਘਰ ਬੈਠੇ ਹੀ ਤੁਹਾਨੂੰ ਡਿਗਰੀਆਂ ਵੀ ਪ੍ਰਦਾਨ ਕਰ ਦਿੰਦੀਆਂ ਨੇ। ਸੋ ਇਹਦੇ ਉੱਤੇ ਵੀ ਸਾਨੂੰ ਸਿਲੈਕਟਿਵ ਹੋਣਾ ਪਏਗਾ, ਲੇਕਿਨ ਫੋਰਨ ਕ੍ਰੈਡੈਂਸ਼ੀਅਲਸ ਦੀ ਸਹੀ ਰਿਕਗਨੀਸ਼ਨ ਜੋ ਹੈ ਉਸ ਉੱਤੇ ਸਰਕਾਰ ਨੂੰ ਕੰਮ ਕਰਨ ਦੀ ਜ਼ਿਆਦਾ ਲੋੜ ਹੈਗੀ ਜੀ। ਜੀ ਬਿਲਕੁਲ, ਮੈਂ ਤੁਹਾਨੂੰ ਦੱਸ ਦਿੰਦਾ ਕਿ ਇੱਥੇ ਦੀ ਉਦਾਹਰਨ ਹੈ ਜੀ, ਤੁਸੀਂ ਨਰਸਿੰਗ ਦੀ ਗੱਲ ਕੀਤੀ ਸੀ ਜਾਂ ਹੋਰ ਪ੍ਰੋਫੈਸ਼ਨਲ ਬਾਡੀਜ਼ ਜਿਹੜੀਆਂ ਵਿੱਚ ਇਨਵੋਲਵਡ ਹੁੰਦੀਆਂ ਨੇ ਜਾਂ ਐਸੋਸੀਏਸ਼ਨਸ ਜਿਨ੍ਹਾਂ ਨਾਲ ਸਰਕਾਰ ਗੱਲ ਕਰਦੀ ਹੈ ਤੇ ਉਹ ਅੱਗੇ ਰੈਗੂਲੇਟ ਕਰਦੇ ਨੇ ਜੀ ਉਸ ਪ੍ਰੋਫੈਸ਼ਨ ਨੂੰ। ਨਰਸਿੰਗ ਪ੍ਰੋਫੈਸ਼ਨ ਦੇ ਵਿੱਚ ਬੜਾ ਇੱਕ ਦਰਦਨਾਕ ਨਹੀਂ ਸੌਰੀ ਇਹਨੂੰ ਕਹਿ ਸਕਦੇ ਹਾਂ ਕਿ ਬੜੇ ਡਿਲੇ ਕਰਨ ਵਾਲੀ ਚੀਜ਼ ਇਹ ਹੈ ਜੀ ਹਰਪ੍ਰੀਤ ਜੀ, ਕਿ ਜਿਹੜੀਆਂ ਵੀ ਨਰਸਾਂ ਚਾਹੇ MSc ਕਰਕੇ ਆਉਂਦੀਆਂ ਨੇ ਤਾਂ ਉਹ ਇੱਥੇ ਉਹਨਾਂ ਦੀ WS ਵੀ ਹੋ ਜਾਂਦੀ ਹੈ, ਉਹਨਾਂ ਦੀ ਐਲੀਜੀਬਿਲਿਟੀ ਵੀ ਬਣ ਜਾਂਦੀ ਹੈ, NCLEX ਦਾ ਟੈਸਟ ਵੀ ਕਲੀਅਰ ਹੋ ਜਾਂਦਾ ਹੈ ਉਹਨਾਂ, ਜਿਹੜਾ ਕਿ ਬਹੁਤ ਟਫ ਮੰਨਿਆ ਜਾਂਦਾ ਆ। ਪਰ ਉਹਦੇ ਨਾਲ ਹੀ ਉਹ ਕਹਿ ਦਿੰਦੇ ਨੇ ਜੀ ਤੁਹਾਡੇ ਆਵਰਸ ਨਹੀਂ ਪੂਰੇ, ਵਰਕਿੰਗ ਆਵਰਸ ਪੂਰੇ ਕਰੋ। ਸੋ ਇੱਕ ਨਰਸ ਨੂੰ PSW ਜਾਂ ਕੋਈ ਕਮਿਊਨਿਟੀ ਸਰਵਿਸ ਪਹਿਲਾਂ 6-8 ਮਹੀਨੇ ਜ਼ਰੂਰ ਕਰਨੀ ਪੈਂਦੀ ਹੈ, ਫਿਰ ਉਹ ਕਹਿੰਦੇ ਨੇ ਜੀ ਹੁਣ ਤੁਹਾਡਾ ਐਲੀਜੀਬਿਲਿਟੀ ਕ੍ਰਾਈਟੇਰੀਆ ਪੂਰਾ ਹੁੰਦਾ ਆ। ਸੋ ਦੂਜੇ ਪਾਸੇ ਅਸੀਂ ਕਹਿੰਦੇ ਹਾਂ ਕਿ ਨਰਸਾਂ ਦੀ ਘਾਟ ਹੈ ਜੀ, ਪ੍ਰੋਫੈਸ਼ਨਲ ਨਰਸਿਸ ਦੀ ਬਹੁਤ ਘਾਟ ਹੈ। ਰਾਈਟ, ਕਈ ਪਾਲਿਸੀਜ਼ ਦੇ ਉੱਤੇ ਕੰਮ ਕਰਨ ਵਾਲਾ ਹੈ। ਐਬਸੋਲੂਟਲੀ ਜੀ, ਤੇ ਇਹ ਫੈਡਰਲ ਪੱਧਰ ਤੋਂ ਹੀ ਗੱਲਬਾਤ ਸ਼ੁਰੂ ਹੋਣੀ ਚਾਹੀਦੀ ਹੈ, ਕਿਉਂਕਿ ਜਦੋਂ ਆਦੇਸ਼ ਮਿਲਣਗੇ ਫੈਡਰਲ ਸਰਕਾਰ ਤੋਂ ਪ੍ਰੋਵਿੰਸ਼ੀਅਲ ਸਰਕਾਰਾਂ ਨੂੰ ਤਾਂ ਫਿਰ ਉਹ ਵੀ ਕੁਝ ਨਾ ਕੁਝ ਚੇਂਜਸ ਲਿਆਉਣ ਦੀ ਕੋਸ਼ਿਸ਼ ਕਰਨਗੇ। ਪਰ ਡੈਫੀਨੇਟਲੀ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈਗੀ ਹੈ, ਜਿਹਦੇ ਨਾਲ ਕਿ ਫੋਰਨ ਕ੍ਰੈਡੈਂਸ਼ੀਅਲਸ ਜਿਹੜੇ ਨੇ ਉਹਨਾਂ ਦੀ ਰਿਕਗਨੀਸ਼ਨ ਹੋਵੇ, ਅਤੇ ਜਿਹੜਾ ਵੀ ਵਿਅਕਤੀ ਜਿਸ ਸਹੀ ਫੀਲਡ ਵਿੱਚ ਜਾ ਸਕਦਾ ਹੈ ਜੇ ਉਸ ਦਾ ਇਸਤੇਮਾਲ ਹੋਏਗਾ ਉੱਥੇ ਤਾਂ ਟੈਲੈਂਟ ਵੀ ਵੇਸਟ ਨਹੀਂ ਹੋਏਗਾ ਅਤੇ ਬੰਦਾ ਫਰਸਟ੍ਰੇਟਡ ਵੀ ਨਹੀਂ ਹੋਏਗਾ। ਪਰ ਦੂਸਰੇ ਪਾਸੇ ਜੇਕਰ ਉਹੀ ਵਿਅਕਤੀ ਦੀ ਕਾਬਲਤਾ ਵੀ ਹੈਗੀ ਹੈ, ਉਸ ਕੋਲ ਨੌਲੇਜ ਵੀ ਹੈਗੀ ਹੈ, ਪਰ ਉਹ ਸਹੀ ਫੀਲਡ ਵਿੱਚ ਨਹੀਂ ਜਾ ਰਿਹਾ, ਤਾਂ ਉਹ ਦੇਸ਼ ਦੇ ਵਾਸਤੇ ਵੀ ਨੁਕਸਾਨ ਹੈਗਾ ਅਤੇ ਉਸ ਵਿਅਕਤੀ ਵਾਸਤੇ ਵੀ ਉਹ ਨੁਕਸਾਨ ਹੈਗਾ ਜੀ। ਸੋ ਬਿਲਕੁਲ ਹਰਪ੍ਰੀਤ ਜੀ, ਇਹਨਾਂ ਚੀਜ਼ਾਂ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਵੱਲ ਵੱਧਦੇ ਆ। ਪਰ ਇੱਕ ਚੀਜ਼ ਮੈਂ ਅਖੀਰ ਦੇ ਵਿੱਚ ਕਹਿਣਾ ਚਾਹੂੰਗਾ ਕਿ ਸਾਡੇ ਸਟੂਡੈਂਟ ਜਿਹੜੇ ਉੱਥੋਂ ਕੋਈ ਇੰਜੀਨੀਅਰਿੰਗ ਕਰਕੇ ਆਉਂਦੇ ਆ, ਮਕੈਨੀਕਲ ਦੀ, ਇਲੈਕਟ੍ਰੋਨਿਕਸ ਦੀ ਜਾਂ ਹੋਰ ਚੀਜ਼ਾਂ ਦੀ, ਉਹ ਇੱਥੇ ਸਿਰਫ ਇੱਕ ਡਿਪਲੋਮਾ ਕੋਰਸ ਲੈਂਦੇ ਨੇ ਜੀ। ਕੋਈ ਹੋਟਲ ਮੈਨੇਜਮੈਂਟ 'ਚ ਲੈ ਲੈਂਦਾ ਆ, ਕੋਈ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਲੈ ਲੈਂਦਾ ਹੈ, ਤਾਂ ਕਿ ਅਸੀਂ ਸਿਰਫ ਕੈਨੇਡਾ ਪਹੁੰਚ ਜਾਈਏ। ਪਰ ਇੱਥੇ ਉਹਨਾਂ ਦੀ ਜਿਹੜੀ 3-4 ਸਾਲ ਦੀ 5 ਸਾਲ ਦੀ ਡਿਗਰੀ ਇੰਡੀਆ ਦੇ ਵਿੱਚ ਉਹਨਾਂ ਨੇ ਕੀਤੀ ਹੁੰਦੀ ਹੈ ਜਾਂ ਉਹਨਾਂ ਦਾ ਤਜਰਬਾ ਹੁੰਦਾ, ਉਹਦਾ ਕੈਨੇਡਾ ਅੱਜ ਫਾਇਦਾ ਨਹੀਂ ਲੈ ਪਾ ਰਿਹਾ। ਸੋ ਕੈਨੇਡਾ ਉਸ ਚੀਜ਼ ਦਾ ਫਾਇਦਾ ਲੈ ਸਕਦਾ ਹੈ ਜੇ ਆਪਣੀਆਂ ਪਾਲਿਸੀਜ਼ ਸੁਧਾਰ ਲੈ ਜੀ। ਬਿਲਕੁਲ। ਐਂਡ ਇਸ ਉੱਤੇ ਜਿਹੜੀ ਤੁਸੀਂ ਅਖੀਰ ਦੇ ਵਿੱਚ ਗੱਲ ਕੀਤੀ ਹੈ, ਬਿਲਕੁਲ ਇਹ ਚੀਜ਼ਾਂ ਜਦੋਂ ਤੁਸੀਂ ਜਿਹੜੀ ਵੋਟਿੰਗ ਦੀ ਗੱਲ ਕੀਤੀ ਸੀ, ਇਹੋ ਜਿਹੇ ਮੁੱਦਿਆਂ ਨੂੰ ਅਸੀਂ ਆਪਣੇ ਸਿਆਸਤਦਾਨ ਨਾਲ ਚੁੱਕੀਏ ਕਿ ਤੁਸੀਂ ਇਹ ਚੀਜ਼ਾਂ ਨੂੰ ਆਵਾਜ਼ ਇੱਥੇ ਬੁਲੰਦ ਕਰੋ ਕਿ ਸਹੀ ਲੋਕਾਂ ਦੀ ਪਹਿਚਾਣ ਕਰਕੇ ਉਹਨਾਂ ਦੀ ਕੈਟੇਗਰੀਜ਼ ਜਿਹਦੇ ਵਿੱਚ ਜਾਣਾ ਚਾਹੁੰਦੇ ਨੇ ਉਹਦੇ 'ਚ ਭੇਜੋ, ਨਾ ਕਿ ਉਹਨਾਂ ਨੂੰ ਧਕੇਲ ਦਿਓ ਕਿਸੇ ਹੋਰ ਚੀਜ਼ ਵੱਲ। ਨੋ ਡਾਊਟ ਡਿਗਨਿਟੀ ਆਫ ਲੇਬਰ ਹੈਗੀ ਇੱਥੇ, ਹਰ ਇੱਕ ਕੰਮ ਵਧੀਆ ਹੈ, ਲੇਕਿਨ ਜੇਕਰ ਜਿਸ ਚੀਜ਼ ਦੀ ਕਾਬਲੀਅਤ ਹੋਏ ਵਿਅਕਤੀ ਕੋਲ ਉਸੇ ਫੀਲਡ ਵਿੱਚ ਜਾਏ, ਨਾ ਸਿਰਫ ਉਸ ਨੂੰ ਫਾਇਦਾ ਹੈ ਬਲਕਿ ਪੂਰੇ ਕੈਨੇਡਾ ਨੂੰ ਵੀ ਫਾਇਦਾ ਹੈ। ਅਤੇ ਅਖੀਰ ਦੇ ਵਿੱਚ ਜੋ ਅਸੀਂ ਗੱਲਾਂ ਕੀਤੀਆਂ ਜੀ, ਇੱਕੋ ਹੀ ਗੱਲ ਮੈਂ ਕਹਾਂਗਾ, ਔਖੇ ਸਮਿਆਂ 'ਚੋਂ ਅਸੀਂ ਲੰਘ ਰਹੇ ਹਾਂ ਪਰ ਹਿੰਮਤ ਨਹੀਂ ਹਾਰਨੀ, ਆਪਣੇ ਖਰਚਿਆਂ ਨੂੰ ਘਟਾਈਏ, ਥੋੜ੍ਹੀ ਜਿਹੀ ਸੋਚ ਆਪਣੀ ਜੋ ਹੈ ਉਸ ਨੂੰ ਬਿਹਤਰ ਕਰੀਏ, ਅਤੇ ਇਹ ਸਮਾਂ ਵੀ ਜਿਹੜਾ ਛੇਤੀ ਹੀ ਖਤਮ ਹੋ ਜਾਏਗਾ ਅਤੇ ਚੰਗੇ ਸਮੇਂ ਵੀ ਸਾਨੂੰ ਵੇਖਣ ਨੂੰ ਮਿਲਣਗੇ। ਸੋ ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ, ਸਾਡੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਅਤੇ ਉਹਨਾਂ ਨੂੰ ਵਡਮੁੱਲੀਆਂ ਗੱਲਾਂ ਦੱਸਣ ਲਈ, ਕਿਉਂਕਿ ਦਰਸ਼ਕ ਹਰ ਵੇਲੇ ਤਾਂਘ ਦੇ ਵਿੱਚ ਰਹਿੰਦੇ ਨੇ ਕਿ ਸਾਨੂੰ ਕਿਸੇ ਤਰ੍ਹਾਂ ਦੀ ਚੰਗੀ ਜਾਣਕਾਰੀ ਮਿਲ ਜਾਏ ਸੋਸ਼ਲ ਮੀਡੀਆ ਦੇ ਰਾਹੀਂ ਤੇ TV ਦੇ ਰਾਹੀਂ। ਬਹੁਤ ਬਹੁਤ ਧੰਨਵਾਦ ਹਰਪ੍ਰੀਤ ਜੀ। ਸ਼ੁਕਰੀਆ ਜੀ, ਥੈਂਕ ਯੂ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ, ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ। D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ सिर्फ लोकां दी गल। धर्म, धरोहर, सेहत और संस्कृति की होगी बात। अब D5 चैनल हिंदी भी होगा सर। D5 चैनल पंजाबी, अपनी धरती अपने लोक। सत श्री अकाल जी, मैं हाँ कुलराज रंधावा ते तुसी देख रहे हो D5 चैनल पंजाबी, जो लॉन्च हो चुका है हुण कैनेडा विच।